ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਦਬਾ ਦਿਓ ਤਾਂ ਕਿ ਸਾਡੀਆਂ ਸਾਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ। ਪਹਿਲੇ ਦਾ ਆਨਸਰ Sir, a useless carpet with many holes is lying in the cupboard. ਇਸ ਲਾਈਂਗ ਇਨ ਦਾ ਕਬ। ਅਗਲੇ ਦਾ ਆਨਸਰ A woman at the local market is sitting by the fireplace. ਹੁਣ ਦੇਖੋ, ਤੁਸੀਂ ਇਹਦੇ ਵਿੱਚ ਮੈਨੂੰ ਦੱਸੋ ਕਿ ਹੋਰ ਕਿਹੜੇ-ਕਿਹੜੇ ਆਨਸਰ ਆ ਸਕਦੇ ਸੀ। ਕਿ ਇੱਥੇ ਆਪਾਂ ਆਨਸਰ ਲਾਉਣਾ ਹੈਗਾ, ਇਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਆਨਸਰ ਆ ਸਕਦੇ ਸੀ। सर मैंने ऑफ ग्रेट ब्यूटी लिखा है। ਦੋ ਚੀਜ਼ਾਂ ਹੋ ਸਕਦੀਆਂ, ਇਸ ਸਿਟਿੰਗ ਬਾਈ ਦਾ ਫਾਇਰਪਲੇਸ ਤੋਂ ਬਾਅਦ ਵੀ ਆਪਾਂ ਕੁਝ ਲਗਾ ਸਕਦੇ ਹਾਂ ਤੇ ਇਹ ਵੂਮਨ ਦੇ ਬਾਅਦ ਵੀ ਲਗਾ ਸਕਦੇ ਹਾਂ। ਹੁਣ ਪਹਿਲਾਂ ਤਾਂ ਤੁਸੀਂ ਇਹ ਦੇਖਣਾ ਕਿ ਵੂਮਨ ਨੂੰ ਕਿਹੜੀ-ਕਿਹੜੀ ਚੀਜ਼ ਐਕਸਪਲੇਨ ਕਰ ਸਕਦੀ ਆ, ਉਹ ਸਾਰੀਆਂ ਚੀਜ਼ਾਂ ਆਪਾਂ ਆਪਸ਼ਨਸ ਆਪਣੇ ਮਾਰਕ ਕਰ ਲੈਣੇ ਆ। ਨੀਅਰ ਦਾ ਚਰਚ ਐਕਸਪਲੇਨ ਨਹੀਂ ਕਰ ਰਹੀ, ਬਾਈ ਦਾ ਰਿਵਰ ਆਪਾਂ ਐਟ ਦਾ ਲੋਕਲ ਮਾਰਕੀਟ। ਹੁਣ ਇਹਦਾ ਮੈਂ ਤੁਹਾਨੂੰ ਸਮਝਾਉਣਾ ਹੈਗਾ ਕਿ ਆਪਾਂ ਇੱਥੇ ਐਟ ਦਾ ਲੋਕਲ ਮਾਰਕੀਟ ਕਿਉਂ ਨਹੀਂ ਲਿਖ ਸਕਦੇ। ਤੇ ਉਸ ਤੋਂ ਬਾਅਦ ਸਿੰਸ ਮਾਰਚ ਐਂਡ ਉੱਤੇ ਆ ਸਕਦਾ ਸੀ। ਇਹ ਵੂਮਨ ਇਜ਼ ਸਿਟਿੰਗ ਬਾਈ ਦਾ ਫਾਇਰਪਲੇਸ ਸਿੰਸ ਮਾਰਚ ਆਪਾਂ ਇਹਦਾ ਲਿਖ ਸਕਦੇ ਸੀਗੇ, ਬਟ ਹਾਲਾਂਕਿ ਕੋਈ ਜੇ ਲੈਟ ਅਸ ਸੇ ਹੁਣ ਮਈ ਦਾ ਮਹੀਨਾ ਚੱਲ ਰਿਹਾ, ਕੋਈ 2 ਮਹੀਨੇ ਲਗਾਤਾਰ ਫਾਇਰਪਲੇਸ ਦੇ ਨਾਲ ਤਾਂ ਨਹੀਂ ਬੈਠਾ ਰਹੂਗਾ, ਤਾਂ ਆਪਣਾ ਇਹ ਵੀ ਆਪਸ਼ਨ ਗਲਤ ਹੋ ਗਿਆ। ਤਾਂ ਬੇਸਿਕਲੀ ਇਹਦਾ ਜਿਹੜਾ ਆਪਣਾ ਆਨਸਰ ਆਉਣਾ ਸੀਗਾ ਉਹ ਆਉਣਾ ਸੀ ਆਫ ਗ੍ਰੇਟ ਬਿਊਟੀ। ਠੀਕ ਹੈ ਜੀ, ਬਾਕੀ ਆਨਸਰ ਕਿਉਂ ਗਲਤ ਨੇ ਉਹ ਮੈਂ ਤੁਹਾਨੂੰ ਐਕਸਪਲੇਨ ਕਰ ਦਿੰਦਾ। ਪਹਿਲੀ ਗੱਲ ਤਾਂ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂ ਨਾ, ਤੁਹਾਡੇ ਸਹੀ ਗਲਤ ਆਨਸਰ ਨਹੀਂ ਹੋਣਗੇ। ਜੋ ਤੁਸੀਂ ਐਟ ਦਾ ਲੋਕਲ ਮਾਰਕੀਟ ਵੀ ਲਿਖਿਆ ਹੈਗਾ ਉਹ ਕਿਤੇ ਨਾ ਕਿਤੇ ਸਹੀ ਹੋ ਸਕਦਾ ਹੈ, ਬਟ ਜੇ ਉਹ ਪ੍ਰੈਡੀਕੇਟ ਦੇ ਬਾਅਦ ਲੱਗਦਾ, ਗ੍ਰਾਮੈਟਿਕਲੀ ਤੁਹਾਡੇ ਆਨਸਰਸ ਜ਼ਿਆਦਾ ਗਲਤ ਨਹੀਂ ਹੋਣਗੇ। ਬਟ ਜੇ ਆਪਾਂ ਲੌਜੀਕਲੀ ਸੋਚੀਏ ਤਾਂ ਆਪਾਂ ਹਰੇਕ ਥਾਂ ਉੱਤੇ ਇੱਕੋ ਆਨਸਰ ਲਗਾ ਸਕਦੇ ਹਾਂ। ਜੇ ਆਪਾਂ ਇੱਥੇ ਐਟ ਦਾ ਲੋਕਲ ਮਾਰਕੀਟ ਲਗਾ ਦਿੱਤਾ ਤਾਂ ਹੋਰ ਕਿਸੇ ਥਾਂ ਉੱਤੇ ਆਪਾਂ ਐਟ ਦਾ ਲੋਕਲ ਮਾਰਕੀਟ ਲਗਾ ਨਹੀਂ ਸਕਦੇ। ਹੁਣ ਜਿਹੜਾ ਆਫ ਗ੍ਰੇਟ ਬਿਊਟੀ ਆਪਣਾ ਆਪਸ਼ਨ ਹੈਗਾ ਏ, ਉਹ ਆਪਾਂ ਸਿਰਫ ਵੂਮਨ ਦੇ ਨਾਲ ਹੀ ਲਾ ਸਕਦੇ ਹਾਂ, ਕਿਉਂਕਿ ਹੋਰ ਕਿਸੇ ਨੂੰ ਤਾਂ ਨਹੀਂ ਆਪਾਂ ਬਿਊਟੀਫੁਲ ਡਿਸਕ੍ਰਾਈਬ ਕਹਿ ਸਕਦੇ। ਆਪਾਂ ਕੋਟ ਨੂੰ, ਹਾਊਸ ਨੂੰ ਬਿਊਟੀਫੁਲ ਵਗੈਰਾ ਨਾਰਮਲੀ ਜਦੋਂ ਬਿਊਟੀ ਦੀ ਗੱਲ ਹੁੰਦੀ ਆ, ਬਿਊਟੀਫੁਲ ਤਾਂ ਫਿਰ ਵੀ ਆਪਾਂ ਚੀਜ਼ਾਂ ਨੂੰ ਕਹਿ ਸਕਦੇ ਹਾਂ, ਬਟ ਜਦੋਂ ਬਿਊਟੀ ਦੀ ਗੱਲ ਕਰਦੇ ਆਪਾਂ ਜ਼ਿਆਦਾਤਰ ਇਨਸਾਨਾਂ ਲਈ ਉਹ ਵਰਤ ਸਕਦੇ ਹਾਂ, ਤੇ ਇਨਸਾਨਾਂ ਵਿੱਚ ਵੀ ਜ਼ਿਆਦਾਤਰ ਉਹ ਫੀਮੇਲਸ ਲਈ ਵਰਤੀ ਜਾਂਦੀ ਹੈ। ਤਾਂ ਇੱਥੇ ਇਹ ਵੂਮਨ ਆਫ ਗ੍ਰੇਟ ਬਿਊਟੀ ਇਜ਼ ਸਿਟਿੰਗ ਬਾय ਦ ਫਾਇਰਪਲੇਸ। ਇੱਥੋਂ ਤੱਕ ਕੋਈ ਡਾਊਟ ਹੋਵੇ? नहीं सर, क्लियर है। ठीक है, Sir. थर्ड द आंसर रवीना। A coat that is grey in color would be best for the role. ठीक है, बिल्कुल सही आंसर है अपना। उस तो बाद अगले 3 आंसर्स ਆਪਾਂ ਜਸਰਾਜ ਤੋਂ ਲੈ ਲੈਨੇ ਆ। Yes sir. ਹਾਂਜੀ Sir, a house near the church is what I want. A house near the church is what I want। ठीक है, सही आंसर है। Coffee of strong flavor drives out sleep. ठीक है जी। He has been away since March. ਉਹ ਮਾਰਚ ਦਾ ਦੂਰ ਗਿਆ ਹੋਇਆ ਵਾ, ਕਿਤੇ ਹੋਰ ਗਿਆ ਹੋਇਆ ਵਾ। ਕਦੋਂ ਦਾ? ਮਾਰਚ ਦਾ। ਹੁਣ ਉਸ ਤੋਂ ਬਾਅਦ 골ਡ 7th ਦਾ ਆਨਸਰ ਦਿਓ। Sir, a boat makes by the river. A boat by the river makes a pretty picture. ठीक, a boat by the river makes a pretty picture। ਹੁਣ ਦੇਖੋ, ਇਹ ਬੋਟ ਨੀਅਰ ਦਾ ਚਰਚ ਵੀ ਲਿਖ ਸਕਦੇ ਸੀ। ਠੀਕ ਹੈ, ਇਹ ਬੋਟ ਨੀਅਰ ਦਾ ਚਰਚ ਮੇਕਸ ਏ ਪ੍ਰੀਟੀ ਪਿਕਚਰ। ਇਹ ਬੋਟ ਐਟ ਦਾ ਲੋਕਲ ਮਾਰਕੀਟ ਮੇਕਸ ਏ ਪ੍ਰੀਟੀ ਪਿਕਚਰ, ਇਹ ਵੀ ਲਿਖ ਸਕਦੇ ਸੀ। ਇਹ ਬੋਟ ਵਿਦ ਮੈਨੀ ਹੋਲਸ ਵੀ ਲਿਖ ਸਕਦੇ ਸੀਗੇ, ਉਹ ਵੀ ਆਨਸਰ ਹੋ ਸਕਦਾ ਸੀ। ਹੁਣ ਗ੍ਰਾਮੈਟਿਕਲੀ ਦੇਖੀਏ ਤਾਂ ਇਹ ਸਾਰੇ ਆਨਸਰ ਸਹੀ ਨੇ। ਇਹ ਬੋਟ ਦੈਟ ਇਜ਼ ਗ੍ਰੇ ਇਨ ਕਲਰ, ਇਹ ਵੀ ਆਪਾਂ ਲਿਖ ਸਕਦੇ ਸੀ ਵੀ ਕਿ ਗ੍ਰੇ ਕਲਰ ਦੀ ਜਿਹੜੀ ਬੋਟ ਹੋਊਗੀ ਉਹਦੀ ਫੋਟੋ ਬੜੀ ਵਧੀਆ ਆਊਗੀ। ਪਰ ਆਪਾਂ ਕੀ ਲਿਖਿਆ? ਇਹ ਬੋਟ ਬਾਈ ਦਾ ਰਿਵਰ ਮੇਕਸ ਏ ਪ੍ਰੀਟੀ ਪਿਕਚਰ। ਕਿਉਂ? ਕਿਉਂਕਿ ਲੌਜੀਕਲੀ ਇਹ ਜ਼ਿਆਦਾ ਆਨਸਰ ਸਹੀ ਹੈ, ਕਿਉਂਕਿ ਜੇ ਕੋਈ ਬੋਟ ਹੈਗੀ ਆ ਤਾਂ ਉਹ ਅਮੂਮਨ ਰਿਵਰ ਦੇ ਕੋਲੇ ਹੀ ਹੋਊਗੀ, ਆਪਾਂ ਨੂੰ ਚਰਚ ਕੋਲੇ ਜਾਂ ਕਿਤੇ ਮਾਰਕੀਟ ਵਿੱਚ, ਲੋਕਲ ਮਾਰਕੀਟ ਵਿੱਚ ਨਹੀਂ ਮਿਲੂਗੀ। ਹੁਣ ਦੈਟ ਇਜ਼ ਗ੍ਰੇ ਇਨ ਕਲਰ ਆਪਾਂ ਲਿਖ ਸਕਦੇ ਸੀ ਲੌਜੀਕਲੀ ਵੀ, ਬਟ ਉਹ ਜਿਹੜਾ ਆਨਸਰ ਆਪਣਾ ਕਿੱਥੇ ਜ਼ਿਆਦਾ ਫਿੱਟ ਬੈਂਦਾ ਸੀਗਾ? ਕੋਟ ਦੇ ਨਾਲ। ਤਾਂ ਉੱਥੇ ਆਪਾਂ ਇਹ ਕੋਟ ਦੈਟ ਇਜ਼ ਗ੍ਰੇ ਇਨ ਕਲਰ ਲਿਖ ਲਿਆ, ਉੱਥੇ ਯੂਜ਼ ਕਰ ਲਿਆ। ਤੇ ਇੱਥੇ ਆਪਾਂ ਕੀ ਯੂਜ਼ ਕਰ ਲਿਆ? ਬਾਈ ਦਾ ਰਿਵਰ। 8th ਦਾ ਆਨਸਰ 골ਡ। Sir, dresses were displayed of many colors in the showcase. देखो, dresses were displayed of many colors in the showcase। ਤੁਸੀਂ ਕਿੱਥੇ ਲਾਇਆ ਹੈਗਾ ਇਹ ਆਨਸਰ? ਇੱਥੇ ਲਾਇਆ ਹੈ ਨਾ। ਪਹਿਲਾਂ ਇਹ ਦੇਖੋ ਸਬਜੈਕਟ ਕੀ ਆ ਤੇ ਪ੍ਰੈਡੀਕੇਟ ਕੀ ਆ। ਇਸ ਸੈਂਟੈਂਸ ਦਾ ਸਬਜੈਕਟ ਕੀ ਹੋਊਗਾ? ਡਰੈਸਸ ਆਪਣਾ ਕੀ ਹੋਊਗਾ? ਸਬਜੈਕਟ ਹੋਊਗਾ, ਤੇ ਬਾਕੀ ਸਾਰਾ ਆਪਣਾ ਪ੍ਰੈਡੀਕੇਟ ਹੋਵੇਗਾ।
ਹੁਣ ਜਿਹੜਾ ਆਪਾਂ ਤੁਸੀਂ ਜੋ ਲਿਖਿਆ ਹੈਗਾ ਆਫ ਮੈਨੀ ਕਲਰਸ, ਇਹ ਸਹੀ ਹੈ, ਪਰ ਉਹ ਜਾਂ ਤਾਂ ਆਪਣਾ ਸਬਜੈਕਟ ਦੇ ਪਿੱਛੇ ਲੱਗੂਗਾ ਜਾਂ ਪ੍ਰੈਡੀਕੇਟ ਦੇ ਪਿੱਛੇ ਲੱਗੂਗਾ, ਵਿਚਾਲੇ ਨਹੀਂ ਲੱਗ ਸਕਦਾ। ਜਾਂ ਤਾਂ ਆਫ ਮੈਨੀ ਕਲਰਸ ਡਰੈਸਸ ਨੂੰ ਡਿਸਕ੍ਰਾਈਬ ਕਰੂਗਾ, ਜਾਂ ਕਿਹਨੂੰ ਡਿਸਕ੍ਰਾਈਬ ਕਰੂਗਾ, ਆਹ ਜੋ ਵਰਡ ਡਿਸਪਲੇਡ ਇਨ ਦਾ ਸ਼ੋਕੇਸ, ਇਸ ਨੂੰ ਡਿਸਕ੍ਰਾਈਬ ਕਰੂਗਾ। ਹੁਣ ਕਿਸ ਨੂੰ ਡਿਸਕ੍ਰਾਈਬ ਕਰੂਗਾ ਆਫ ਮੈਨੀ ਕਲਰ? ਗੋਲਡ ਸਰ ਡਰੈਸਿਸ। ਡਰੈਸਸ ਨੂੰ। ਤਾਂ ਫਿਰ ਆਪਾਂ ਕਿੱਥੇ ਲਿਖਾਂਗੇ? ਆਪਾਂ ਇੱਥੇ ਲਿਖਾਂਗੇ ਆਫ ਮੈਨੀ ਕਲਰਸ। ਤਾਂ ਆਪਣਾ ਜਿਹੜਾ ਆਨਸਰ ਕੀ ਹੋਊਗਾ? ਡਰੈਸਸ ਆਫ ਮੈਨੀ ਕਲਰਸ were displayed in the showcase। आ गई समझ? Yes, sir. ठीक है, अगले का आंसर। The bird on the fence is my pet. Bird on the fence is my pet। bird ਜਿਹੜਾ ਫੈਂਸ ਉੱਤੇ ਬੈਠਾ ਹੈ, ਗਾਰਡਨ ਦੇ ਬਾਹਰ ਆਪਣੀ ਫੈਂਸ ਹੋਊਗੀ, ਫੈਂਸ ਉੱਤੇ ਕੋਈ ਬਰਡ ਬੈਠਾ ਹੋਵੇਗਾ, ਤੇ ਆਪਾਂ ਕੀ ਕਹਿ ਰਹੇ ਹਾਂ? ਜਿਹੜਾ ਬਰਡ ਫੈਂਸ ਉੱਤੇ ਬੈਠਾ ਹੈ ਉਹ ਮੇਰਾ ਪੈਟ ਹੈ। ਤਾਂ ਇਹ ਕੀ ਹੋਊਗਾ? the bird on the fence is my pet। Yes, sir. ठीक है, लास्ट ਦਾ ਆਨਸਰ ਵੀ ਤੁਸੀਂ ਦੇ ਦਿਓ। I met him nearby at the local market. I met him nearby at the local Market. market। ਹੁਣ ਆਪਣੇ ਕੋਲ ਇਹੀ ਆਪਸ਼ਨ ਰਹਿ ਗਿਆ ਸੀ, ਤਾਂ ਇਹ ਆਪਾਂ ਲਗਾ ਦਿੱਤਾ। ਠੀਕ ਹੈ, ਸਮਝ ਆ ਗਿਆ ਇੱਥੋਂ ਤੱਕ ਸਾਰਿਆਂ ਨੂੰ? Yes, sir. ਹੁਣ ਇਹਦੇ ਵਿੱਚ ਆਪਾਂ ਕੀ ਕਰਨਾ ਸੀ? ਐਕਸਰਸਾਈਜ਼ ਵਿੱਚ ਆਪਾਂ ਦੱਸਣਾ ਸੀਗਾ ਇਹ ਸੈਂਟੈਂਸ ਕਿਹੜਾ ਹੈਗਾ ਏ। ਇਹ ਇੰਪੈਰੇਟਿਵ ਸੈਂਟੈਂਸ ਆ, ਐਕਸਕਲੇਮੇਟਰੀ ਆ, ਅਸਰਟਿਵ ਆ ਜਾਂ ਇੰਟਰੋਗੇਟਿਵ ਆ, ਉਹ ਆਪਾਂ ਆਪਣੀ ਜਜਮੈਂਟ ਲਗਾਉਣੀ ਸੀਗੀ। ਹੁਣ ਪਹਿਲੇ ਦਾ ਆਨਸਰ ਵੀ ਨਾ Sir, question mark, when can I see you? ਵੈਨ ਕੈਨ ਆਈ Interrogative. ਸੀ ਯੂ, ਕਿਉਂਕਿ ਆਪਾਂ ਸਵਾਲ ਪੁੱਛ ਰਹੇ ਹਾਂ ਤਾਂ ਇਹ ਇੰਟਰੋਗੇਟਿਵ ਹੋ ਜਾਊਗਾ। ਠੀਕ ਹੈ, ਅਗਲੇ ਦਾ ਆਨਸਰ ਵੀ ਨਾ ਤੁਸੀਂ ਕੀ ਲਿਖਿਆ ਹੋਇਆ? Same, sir, exclamatory. Sign of ਐਕਸਕਲੇਮੇਟਰੀ। exclamation. ਠੀਕ ਹੈ, What a lovely. ਤੇ ਥਰਡ ਦਾ ਆਨਸਰ? Sir, interrogative. Can I borrow this book for a day? We are asking a question. ਠੀਕ ਹੈ, ਸਹੀ ਹੈ। ਫੋਰਥ ਦਾ ਆਨਸਰ ਵੀ ਤੁਸੀਂ ਦੇ ਦਿਓ। Assertive ਹੋਏਗਾ sir. I would like to visit my mother today. ਦੇਖੋ ਅਸਰਟਿਵ, ਹਾਂਜੀ ਸਹੀ ਹੈ। ਉਸ ਤੋਂ ਬਾਅਦ ਨਾਜ਼ ਤੁਸੀਂ ਫਿਫਥ ਦਾ ਆਨਸਰ ਦਿਓ। Yes, sir. Fifth answer question mark. ਕੁਐਸਚਨ ਮਾਰਕ। Interrogative. ਇੰਟਰੋਗੇਟਿਵ। ਠੀਕ ਹੈ, ਸਿਕਸਥ ਦਾ ਆਨਸਰ? Sir imperative. ਇੰਪੈਰੇਟਿਵ। ਆਪਾਂ ਕੀ ਕਹਿ ਰਹੇ ਹਾਂ? ਆਪਾਂ ਕਿਸੇ ਨੂੰ ਕੋਈ ਕੰਮ ਕਰਨ ਨੂੰ ਕਹਿ ਰਹੇ ਹਾਂ, ਇੱਕ ਆਰਡਰ ਦੇ ਰਹੇ ਹਾਂ, ਤਾਂ ਇਹ ਇੰਪੈਰੇਟਿਵ ਹੋਵੇਗਾ। ਉਸ ਤੋਂ ਬਾਅਦ Sir sign of exclamatory. ਠੀਕ ਹੈ, ਵਾਟ ਏ ਵੰਡਰਫੁਲ ਨਿਊਜ਼, ਇਹਦੇ ਵਿੱਚ ਕੀ ਸੀਗਾ? ਆਪਣਾ ਐਕਸਕਲੇਮੇਟਰੀ ਮਾਰਕ ਆਵੇਗਾ। ਠੀਕ ਹੈ, ਹੁਣ ਇੱਕ ਚੀਜ਼ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਨਿਊਜ਼ ਬਾਰੇ। ਇਹ ਆਪਾਂ ਇੱਕ ਖਬਰ ਦੀ ਗੱਲ ਕਰੀਏ ਜਾਂ ਇੱਕ ਤੋਂ ਜ਼ਿਆਦਾ ਖਬਰਾਂ ਦੀ ਗੱਲ ਕਰੀਏ, ਖਬਰ ਦੀ ਗੱਲ ਕਰੀਏ ਜਾਂ ਖਬਰਾਂ ਦੀ ਗੱਲ ਕਰੀਏ। ਹੁਣ ਪੰਜਾਬੀ ਵਿੱਚ ਖਬਰ ਵੀ ਕਹਿ ਦਿੱਤਾ ਜਾਂਦਾ ਹੈ ਤੇ ਖਬਰਾਂ, ਬਟ ਜਦ ਇੰਗਲਿਸ਼ ਦੀ ਗੱਲ ਕਰਦੇ ਆ, ਇੱਕ ਸਿੰਗਲ ਨਿਊਜ਼ ਹੋਵੇ ਜਾਂ ਇੱਕ ਤੋਂ ਜ਼ਿਆਦਾ ਹੋਣ, ਨਿਊਜ਼ ਹੀ ਲਿਖਿਆ ਜਾਵੇਗਾ, ਕਦੇ ਵੀ ਨਿਊ ਨਹੀਂ ਲਿਖਿਆ ਜਾਵੇਗਾ। ਉਹ ਟਾਈਪਿੰਗ ਮਿਸਟੇਕ ਹੋਗੀ ਮੇਰੇ ਤੋਂ। ਠੀਕ ਹੈ ਜੀ, ਅਗਲੇ ਦਾ ਆਨਸਰ? Sir assertive. ਅਸਰਟਿਵ ਸੈਂਟੈਂਸ ਆਪਣਾ, ਤਾਂ ਇਹਦੇ ਵਿੱਚ ਵੀ ਕੀ ਹੈਗਾ ਏ? ਆਪਾਂ ਐਂਡ ਉੱਤੇ ਡਾਟ ਲਾਈ ਆ, ਪੀਰੀਅਡ ਲਗਾਇਆ ਹੋਇਆ ਹੈ। ਠੀਕ ਹੈ, ਕਲੈਰਿਟੀ ਹੈ ਇੱਥੋਂ ਤੱਕ ਸਾਰਿਆਂ ਨੂੰ? Yes, sir. ਠੀਕ ਹੈ, ਉਸ ਤੋਂ ਬਾਅਦ ਜਸਰਾਜ Yes, sir. ਅਗਲੇ ਦਾ ਆਨਸਰ? Sir, sir interrogative. ਇੰਟਰੋਗੇਟਿਵ। ਸਹੀ ਹੈ, ਤੇ ਪੰਕਚੁਏਸ਼ਨ ਕਿਹੜੀ ਲੱਗੇਗੀ? Sir question mark. ਕੁਐਸਚਨ ਮਾਰਕ। ਠੀਕ ਹੈ, ਤਾਂ ਇਹ ਆਪਣਾ ਆਨਸਰ ਸਹੀ ਹੈ। ਉਸ ਤੋਂ ਬਾਅਦ ਅਗਲਾ? Sir assertive full stop. ਅਸਰਟਿਵ ਫੁੱਲ ਸਟਾਪ। ਠੀਕ ਹੈ, ਉਸ ਤੋਂ Sir, ਬਾਅਦ ਅਗਲੇ ਦਾ ਆਨਸਰ? Interrogative question mark. ਇੰਟਰੋਗੇਟਿਵ ਕੁਐਸਚਨ ਮਾਰਕ। ਠੀਕ ਹੈ, Question mark. ਤੇ 12th ਦਾ ਆਨਸਰ? Sir imperative full stop. ਇੰਪੈरेटिव फुल स्टॉप। ठीक है, ते गोल्ड अगले का आंसर? सर ये वाली एक्सरसाइज ना मैंने लिखी नहीं, मुझे इसमें थोड़ा वो मुझे आ नहीं रही थी ये। ठीक है, ਤੁਸੀਂ ਅੰਦਾਜ਼ਾ ਲਗਾ ਕੇ ਦੱਸੋ ਮੈਨੂੰ ਫਿਰ ਵੀ ਤੁਹਾਨੂੰ ਕੀ ਲੱਗਦਾ ਕਿ ਕੀ ਹੋ ਸਕਦਾ ਹੈ? सर assertive. assertive, assertive नहीं होवेगा,
ਮੈਂ ਤੁਹਾਨੂੰ ਦੱਸਦਾ ਇਹ ਕੀ ਹੋਵੇਗਾ। ਇਹ ਹੋਵੇਗਾ, ਇਸ ਤੋਂ ਇਲਾਵਾ ਕੋਈ ਹੋਰ ਜਾਣਾ ਆਨਸਰ ਦੇਣਾ ਚਾਹੇ ਇਹਦਾ? Can I? ਹਾਂਜੀ, ਦੇ ਸਕਦੇ ਹੋ ਆਨਸਰ। Sir, exclamatory. ਐਕਸਕਲਾਮੇਟਰੀ, ਇਹ ਮੈਂ ਐਕਸਪਲੇਨ ਕਰੂੰਗਾ ਗੋਲਡ ਤੁਹਾਡੀ ਕਿਉਂ ਗਲਤੀ ਹੋਈ। ਇਹ ਆਪਣਾ ਹੋਵੇਗਾ ਐਕਸਕਲਾਮੇਟਰੀ ਸੈਂਟੈਂਸ, ਠੀਕ ਹੈ। ਉਸ ਤੋਂ ਬਾਅਦ ਅਗਲੇ ਦਾ ਆਨਸਰ Okay. Sir, imperative. ਇੰਪੈरेटिव, ਠੀਕ ਹੈ। ਇਹ ਆਪਣਾ ਕੀ ਹੋਵੇਗਾ? ਇੰਪੈरेटिव ਸੈਂਟੈਂਸ ਹੋਵੇਗਾ। ਕਿਉਂ? ਕਿਉਂਕਿ ਆਪਾਂ ਕਿਸੇ ਨੂੰ ਕੋਈ ਆਰਡਰ ਦੇ ਰਹੇ ਹਾਂ, ਆਫਿਸ ਛੱਡ ਕੇ ਜਾਣ ਲਈ ਕਿਸੇ ਨੂੰ ਕਹਿ ਰਹੇ ਹਾਂ। ਉਸ ਤੋਂ ਬਾਅਦ ਅਗਲਾ Exclamatory. ਆਈ ਡੂ ਨਾਟ ਲਾਈਕ ਆਈਸਕ੍ਰੀਮ। ਮੇਰੀ ਗੱਲ ਸੁਣੋ, ਇਸ ਨੂੰ ਪੰਜਾਬੀ ਚ ਕਰਕੇ ਦੱਸੋ ਪਹਿਲਾਂ ਮੈਨੂੰ। ਮੈਨੂੰ ਆਈਸਕ੍ਰੀਮ ਨਹੀਂ ਪਸੰਦ। ਮੈਨੂੰ ਆਈਸਕ੍ਰੀਮ ਨਹੀਂ ਪਸੰਦ। ਤੇ ਹੁਣ ਤੁਸੀਂ ਦੱਸੋ, ਇਹ ਰਿਕੁਐਸਟ ਹੈ, No, sir. ਆਰਡਰ ਹੈ? ਆਰਡਰ ਵੀ ਨਹੀਂ ਹੈਗਾ ਨਹੀਂ। ਹਨਾ। ਤੇ ਉਸ ਤੋਂ ਬਾਅਦ ਐਡਵਾਈਸ ਵੀ ਨਹੀਂ ਹੈ। ਫਿਰ ਜਦੋਂ ਤੁਸੀਂ No, ਕਹਿੰਦੇ sir. ਹੋ ਮੈਨੂੰ ਆਈਸਕ੍ਰੀਮ ਨਹੀਂ ਪਸੰਦ, ਤਾਂ ਆਪਣਾ ਕਿਹੜਾ ਸੈਂਟੈਂਸ ਹੋਵੇਗਾ ਇਹ? Sir, interrogative. ਦੇਖੋ, ਇੰਟੈਰੋਗੇਟਿਵ ਵਿੱਚ ਮੇਰੀ ਗੱਲ ਸੁਣੋ, ਸਟੈਪ ਬਾਈ ਸਟੈਪ ਆਪਾਂ ਸੋਚਦੇ ਹਾਂ, ਠੀਕ ਹੈ। ਤੁਹਾਡਾ ਪਹਿਲਾ ਆਨਸਰ ਸੀਗਾ ਕਿ ਇਹ ਕੀ ਹੋਵੇਗਾ? ਇੰਪੈਰੇਟਿਵ ਹੋਵੇਗਾ। ਇੰਪੈਰੇਟਿਵ ਵਿੱਚ ਆਪਣੇ ਕੋਲੇ ਤਿੰਨ ਚੀਜ਼ਾਂ ਹੁੰਦੀਆਂ ਨੇ। ਪਹਿਲਾ ਰਿਕੁਐਸਟ ਹੁੰਦੀ ਹੈ, ਇਹ ਰਿਕੁਐਸਟ ਵੀ ਨਹੀਂ ਹੈਗਾ, ਠੀਕ ਆ। ਆਪਾਂ ਜਦੋਂ ਕਹਿੰਦੇ ਆ ਕਿ ਮੈਨੂੰ ਆਈਸਕ੍ਰੀਮ ਨਹੀਂ ਪਸੰਦ, ਆਪਾਂ ਰਿਕੁਐਸਟ ਤਾਂ ਨਹੀਂ ਕਰ ਰਹੇ। ਦੂਸਰੀ ਚੀਜ਼ ਕੀ ਹੁੰਦੀ ਆ? ਆਰਡਰ ਹੁੰਦਾ ਹੈ। ਆਪਾਂ ਆਰਡਰ ਵਿੱਚ ਕਿਸੇ ਨੂੰ ਕੋਈ ਕੰਮ ਕਰਨ ਨੂੰ ਕਹਿੰਦੇ ਆ। ਇੱਥੇ ਆਪਾਂ ਅਜਿਹਾ ਕੁਝ ਕਰਨ ਨੂੰ ਕਹਿ ਰਹੇ ਹਾਂ? ਨਹੀਂ ਕਹਿ ਰਹੇ, ਤਾਂ ਆਰਡਰ ਵੀ ਨਹੀਂ ਹੈਗਾ। ਫਿਰ ਐਡਵਾਈਸ ਹੁੰਦੀ ਆ। ਐਡਵਾਈਸ 'ਚ ਆਪਾਂ ਕਿਸੇ ਨੂੰ ਸਲਾਹ ਦਿੰਦੇ ਆ, ਇਹ ਸਲਾਹ ਵੀ ਨਹੀਂ ਹੈਗੀ। ਮੈਨੂੰ ਆਈਸਕ੍ਰੀਮ ਨਹੀਂ ਪਸੰਦ, ਇਹ ਸਲਾਹ ਤਾਂ ਨਹੀਂ ਹੋ ਸਕਦੀ। ਫਿਰ ਇੰਟੈਰੋਗੇਟਿਵ, ਇੰਟੈਰੋਗੇਟਿਵ ਵਿੱਚ ਕੀ ਹੁੰਦਾ ਹੈ? ਆਪਾਂ ਕੁਐਸਚਨ ਪੁੱਛਦੇ ਆ, ਸਵਾਲ ਪੁੱਛਦੇ ਆ। ਜਦੋਂ ਆਪਾਂ ਕਹਿੰਦੇ ਆ ਕਿ ਮੈਨੂੰ ਆਈਸਕ੍ਰੀਮ ਨਹੀਂ ਪਸੰਦ, ਤਾਂ ਫਿਰ ਆਪਾਂ ਸਵਾਲ ਤਾਂ ਨਹੀਂ ਪੁੱਛ ਰਹੇ, ਆਪਾਂ ਜਵਾਬ ਦਿੰਦੇ ਹੋ ਸਕਦੇ ਆ। ਜੇ ਕਿਸੇ ਨੇ ਤੁਹਾਡੇ ਤੋਂ ਪੁੱਛਿਆ ਕਿ ਗੋਲਡ ਡੂ ਯੂ ਲਾਈਕ ਆਈਸਕ੍ਰੀਮ, ਤਾਂ ਤੁਸੀਂ ਅੱਗੋਂ ਕੀ ਕਹਿ ਸਕਦੇ ਆ? ਆਈ ਡੂ ਨਾਟ ਲਾਈਕ ਆਈਸਕ੍ਰੀਮ। ਇਹ ਆਪਾਂ ਆਨਸਰ ਦਿੱਤਾ ਹੈ, ਤੇ ਆਨਸਰ ਆਪਾਂ ਕਿਹੜੇ ਸੈਂਟੈਂਸਸ ਵਿੱਚ ਦਿੰਦੇ ਹੁੰਦੇ ਆ? Exclamatory. ਦੇਖੋ, ਉਹਦੇ ਵਿੱਚ ਵੀ ਨਹੀਂ, ਅਸਰਟਿਵ ਵਿੱਚ। ਡੈਕਲੇਰੇਟਿਵ ਵਿੱਚ ਆਪਾਂ ਡਿਕਲੇਅਰ ਕਰਦੇ ਹੁੰਦੇ ਆ ਨਾ, ਜਾਂ ਅਸਰਟਿਵ ਵਿੱਚ ਡੈਕਲੇਰੇਟਿਵ ਕਹਿੰਦੇ ਆ, ਜਾਂ ਆਪਾਂ ਅਸਰਟਿਵ ਸੈਂਟੈਂਸਸ ਜਿਹੜੇ ਆਪਣੇ ਹੁੰਦੇ ਆ, ਉਹਨਾਂ ਵਿੱਚ ਆਪਾਂ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਹੁੰਦੇ ਆ ਨਾ। ਮੈਂ ਸਾਰਾ ਤੁਹਾਨੂੰ ਥੋੜਾ ਜਿਹਾ ਇੱਕ ਵਾਰੀ ਦੁਬਾਰਾ ਦੱਸ ਦਿੰਦਾ। ਸਭ ਤੋਂ ਪਹਿਲੀ ਆਪਣੀ ਟਾਈਪ ਕਿਹੜੀ ਸੀ? ਇੰਟੈਰੋਗੇਟਿਵ। ਇੰਟੈਰੋਗੇਟਿਵ ਵਿੱਚ ਆਪਾਂ ਸਵਾਲ ਪੁੱਛਦੇ ਆ। ਫਿਰ ਅਸਰਟਿਵ ਜਾਂ ਡੈਕਲੇਰੇਟਿਵ, ਉਹਦੇ ਵਿੱਚ ਆਪਾਂ ਆਨਸਰ ਦਿੰਦੇ ਆ, ਇਨਫੋਰਮੇਸ਼ਨ ਦਿੰਦੇ ਆ। ਹੁਣ ਜਦੋਂ ਤੁਸੀਂ ਕਹਿੰਦੇ ਆ ਕਿ ਮੈਨੂੰ ਆਈਸਕ੍ਰੀਮ ਨਹੀਂ ਪਸੰਦ, ਤਾਂ ਉਹ ਅਸਰਟਿਵ ਸੈਂਟੈਂਸ ਹੋਵੇਗਾ, ਜਾਂ ਡੈਕਲੇਰੇਟਿਵ ਆਪਾਂ ਉਸ ਨੂੰ ਕਹਿ ਸਕਦੇ ਹਾਂ, ਕਿਉਂਕਿ ਆਪਾਂ ਇਨਫੋਰਮੇਸ਼ਨ ਪ੍ਰੋਵਾਈਡ ਕਰ ਰਹੇ ਹਾਂ ਕਿ ਮੈਨੂੰ ਕੀ ਨਹੀਂ ਪਸੰਦ। ਹੁਣ ਇੰਟੈਰੋਗੇਟਿਵ ਤੇ ਐਕਸਕਲਾਮੇਟਰੀ ਦਾ ਡਿਫਰੈਂਸ ਸਮਝਣ ਲਈ ਆਪਾਂ ਦੋਵਾਂ ਨੂੰ ਦੇਖਾਂਗੇ। ਹੁਣ ਦੇਖੋ, ਜਿਵੇਂ ਆਪਾਂ ਆਹ ਸੈਂਟੈਂਸ ਲੈ ਲਿਆ, ਹੋਰ ਵੀ ਮੈਂ ਦੇਖਦਾ ਕੋਈ ਹੈਗਾ ਤਾਂ ਇਹਨਾਂ ਵਿੱਚ। ਹੁਣ ਇਹ ਜਿਹੜਾ ਸੈਂਟੈਂਸ ਆਪਣਾ ਹੈਗਾ, ਇਹ ਹੈਗਾ ਐਕਸਕਲਾਮੇਟਰੀ ਸੈਂਟੈਂਸ। ਹੁਣ ਇਹਦੇ ਵਿੱਚ ਤੁਸੀਂ ਦੇਖੋ, ਇਸ ਚੀਜ਼ ਤੇ ਧਿਆਨ ਦਿਓ, ਦਿਸ ਇਜ਼ ਲਿਖਿਆ ਹੋਇਆ ਬਾਈ, ਠੀਕ ਹੈ। ਹੁਣ ਜਿਵੇਂ ਇਹੀ ਸਵਾਲ ਪੁੱਛਣਾ ਹੁੰਦਾ ਕਿਸੇ ਕੋਲੋਂ ਕਿ ਇਹ ਪੇਂਟਿੰਗ ਪਰਫੈਕਟ ਹੈਗੀ ਆ ਜਾਂ ਨਹੀਂ ਹੈਗੀ, ਤਾਂ ਕੀ ਕੋਈ ਮੈਨੂੰ ਤੁਹਾਡੇ ਚੋਂ ਦੱਸ ਸਕਦਾ ਕਿ ਆਪਾਂ ਇਹ ਸਵਾਲ ਕਿਵੇਂ ਪੁੱਛਣਾ ਸੀਗਾ? ਇਹ ਤਾਂ ਆਪਣਾ ਐਕਸਕਲਾਮੇਟਰੀ ਸੈਂਟੈਂਸ ਆ, ਜਿਹਦੇ ਵਿੱਚ ਆਪਾਂ ਕਹਿ ਰਹੇ ਹਾਂ ਵਾਟ ਏ ਪਰਫੈਕਟ ਪੇਂਟਿੰਗ ਦਿਸ ਇਜ਼। ਕਿੰਨੀ ਪਰਫੈਕਟ ਪੇਂਟਿੰਗ ਇਹ ਹੈਗੀ ਆ। ਵਾਟ ਦਾ ਮਤਲਬ ਕਿੰਨੀ ਜ਼ਿਆਦਾ ਇਹ ਪਰਫੈਕਟ ਪੇਂਟਿੰਗ ਹੈਗੀ ਹੈ, ਇਹ ਆਪਾਂ ਕਹਿ ਰਹੇ ਹਾਂ ਇਸ ਸੈਂਟੈਂਸ ਵਿੱਚ। ਪਰ ਜੇ ਆਪਾਂ ਇਦਾਂ ਪੁੱਛਣਾ ਹੁੰਦਾ ਕਿ ਕੀ ਇਹ ਪੇਂਟਿੰਗ ਪਰਫੈਕਟ ਹੈਗੀ ਹੈ, ਤਾਂ ਫਿਰ ਆਪਾਂ ਕਿਵੇਂ ਪੁੱਛਣਾ ਸੀਗਾ? ਕੋਈ ਆਨਸਰ ਦੇ ਸਕਦਾ? Is this a perfect painting? ਹੁਣ ਜੇ ਮੇਰਾ ਜਵਾਬ ਲਿਖਣਾ ਹੋਵੇ, ਜਵਾਬ ਆਪਾਂ ਕਿਵੇਂ ਲਿਖਾਂਗੇ? ਨਾ ਸੁਣ, ਤੁਸੀਂ ਆਨਸਰ ਦਿਓ ਇਹਦਾ, ਕਿ ਇਸ ਸਵਾਲ ਦਾ ਆਨਸਰ ਕੀ ਹੋਊਗਾ? ਇਸ ਦਿਸ ਏ ਪਰਫੈਕਟ ਪੇਂਟਿੰਗ। ਜੇ ਆਪਾਂ ਕਹਿਣਾ ਕਿ ਹਾਂ ਇਹ ਪਰਫੈਕਟ ਪੇਂਟਿੰਗ ਹੈ, Yes, it is a perfect painting. ਯੈਸ ਦਿਸ ਇਜ਼ ਏ ਪਰਫੈਕਟ ਪੇਂਟਿੰਗ, ਜਾਂ ਆਪਾਂ ਸਿੱਧਾ ਲਿਖ ਲੈਂਦੇ ਆ ਦਿਸ ਇਜ਼ ਏ ਪਰਫੈਕਟ ਪੇਂਟਿੰਗ। ਯੈਸ ਆਪਾਂ ਰਹਿਣ ਦਿੰਦੇ ਆ ਲਿਖਣ ਨੂੰ, ਠੀਕ ਹੈ। ਠੀਕ ਆ, ਇਹ ਤਿੰਨ ਅਲੱਗ-ਅਲੱਗ ਚੀਜ਼ਾਂ ਹੋਊਗੀਆਂ। ਆ ਗਈ ਸਮਝ? ਪਹਿਲੇ ਚ ਆਪਾਂ ਕਿਹਾ ਵਾਟ ਏ ਪਰਫੈਕਟ ਪੇਂਟਿੰਗ ਦਿਸ ਇਜ਼ ਦਿਸ ਏ ਪਰਫੈਕਟ ਪੇਂਟਿੰਗ, ਦਿਸ ਇਜ਼ ਏ ਪਰਫੈਕਟ ਪੇਂਟਿੰਗ। ਤਿੰਨ ਸੈਂਟੈਂਸਸ ਹੋ ਗਏ। ਪਹਿਲਾ ਆਪਣਾ ਐਕਸਕਲਾਮੇਟਰੀ ਸੈਂਟੈਂਸ ਆ, ਦੂਸਰਾ ਆਪਣਾ ਇੰਟੈਰੋਗੇਟਿਵ ਆ, ਤੇ ਤੀਸਰਾ ਆਪਣਾ ਅਸਰਟਿਵ। ਹੁਣ ਇਹ ਤਿੰਨਾਂ ਵਿੱਚ ਡਿਫਰੈਂਸ ਕਿਵੇਂ ਆਇਆ? ਅਸਰਟਿਵ, ਇੰਟੈਰੋਗੇਟਿਵ ਤੇ ਐਕਸਕਲਾਮੇਟਰੀ ਜਿਹੜੇ ਸੈਂਟੈਂਸਸ ਸੀਗੇ, ਤਿੰਨਾਂ ਵਿੱਚ ਕੀ ਡਿਫਰੈਂਸ ਆ? ਤਿੰਨਾਂ ਵਿੱਚ ਡਿਫਰੈਂਸ ਸੀਗਾ ਇਸ ਚੀਜ਼ ਦਾ, ਮੇਨਲੀ ਇਸ ਚੀਜ਼ ਦਾ। ਹੁਣ ਇੱਥੇ ਆਪਾਂ ਕੀ ਕੀਤਾ? ਦਿਸ ਇਸ ਲਿਖਿਆ ਹੈ, ਇੱਥੇ ਇਸ ਦਿਸ ਲਿਖਿਆ ਹੈ,
ਇੱਥੇ ਆਪਾਂ this is ਲਿਖਿਆ ਹੈ। ਹੁਣ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ, ਪਹਿਲਾਂ ਇੱਥੋਂ ਸਮਝਦੇ ਹਾਂ। ਆ ਕੀ ਹੋਇਆ, ਆਪਣਾ ਸਬਜੈਕਟ ਹੋ ਗਿਆ, ਸਬਜੈਕਟ, ਫਿਰ ਇਸ ਕੀ ਹੋ ਗਿਆ, ਆਪਣਾ ਵਰਬ ਹੋ ਗਿਆ। ਬਾਕੀ ਆਪਣਾ ਆਬਜੈਕਟ ਉਹਦੀ ਆਪਾਂ ਨੂੰ ਇੱਥੇ ਜ਼ਰੂਰਤ ਨਹੀਂ ਹੈਗੀ, ਠੀਕ ਆ। ਹੁਣ ਇੱਥੇ ਕੀ ਆ, ਵਰਬ ਆਪਣਾ ਮੂਹਰੇ ਆਇਆ ਤੇ ਆਪਣਾ ਜਿਹੜਾ ਸਬਜੈਕਟ ਸੀਗਾ ਉਹ ਪਿੱਛੇ ਆਇਆ। ਇੱਥੇ ਕੀ ਆ, ਆਪਣਾ ਸਬਜੈਕਟ ਅੱਗੇ ਆ ਤੇ ਵਰਬ ਆਪਣਾ ਪਿੱਛੇ ਆ। ਬੇਸਿਕਲੀ ਇਹਦੇ ਤੋਂ ਇੰਨੀ ਕੀ ਗੱਲ ਤੋਂ ਆਪਾਂ ਨੂੰ ਕੀ ਪਤਾ ਲੱਗਦਾ ਹੈ ਕਿ ਜਿਹੜੇ ਅਸਰਟਿਵ ਸੈਂਟੈਂਸਸ ਹੁੰਦੇ ਨੇ, ਜੇ ਉਹਨਾਂ ਨੂੰ ਆਪਾਂ ਕੁਐਸਚਨ ਬਣਾਉਣਾ ਹੋਵੇ ਤਾਂ ਆਪਾਂ ਵਰਬ ਨੂੰ ਤੇ ਸਬਜੈਕਟ ਨੂੰ ਇੱਕ ਦੂਸਰੇ ਦੀ ਜਗ੍ਹਾ ਉੱਤੇ ਲਿਖ ਦਿੰਦੇ ਆ। ਇੰਨਾ ਕਲੀਅਰ ਆ? Yes, sir. ਜੇ ਆਪਾਂ ਆਨਸਰ ਤੋਂ ਕੁਐਸਚਨ ਬਣਾਉਣਾ ਹੋਵੇ, ਆਪਾਂ ਸਬਜੈਕਟ ਤੇ ਵਰਬ ਦੀ ਜਗ੍ਹਾ ਨੂੰ ਇੱਕ ਦੂਸਰੇ ਨਾਲ ਰਿਪਲੇਸ ਕਰ ਦਿੰਦੇ ਆ। ਦਿਸ ਇਜ਼ ਏ ਪਰਫੈਕਟ ਪੇਂਟਿੰਗ ਦੀ ਜਗ੍ਹਾ ਆਪਾਂ ਕੀ ਕਵਾਂਗੇ, ਇਸ ਦਿਸ ਏ ਪਰਫੈਕਟ ਪੇਂਟਿੰਗ। ਫਿਰ ਆਪਣਾ ਐਕਸਕਲੇਮੇਟਰੀ ਸੈਂਟੈਂਸ ਕਿਵੇਂ ਬਣਿਆ, ਆਪਾਂ ਨੂੰ ਕਿਵੇਂ ਪਤਾ ਲੱਗੂ ਇਹ ਐਕਸਕਲੇਮੇਟਰੀ ਹੈਗਾ ਏ ਜਾਂ ਨਹੀਂ ਹੈਗਾ? ਉਹ ਆਪਾਂ ਨੂੰ ਕਿਵੇਂ ਪਤਾ ਲੱਗੂਗਾ, ਜਦੋਂ ਆਪਣੇ ਕੋਲੇ ਕੁਐਸਚਨ ਵਾਲੇ ਵਰਡ ਯੂਜ਼ ਕੀਤੇ ਹੋਣਗੇ, ਜਿਵੇਂ ਵਟ, ਵੈਨ, ਹਾਊ, ਇਹ ਸਾਰੀਆਂ ਚੀਜ਼ਾਂ ਲਿਖੀਆਂ ਹੋਣਗੀਆਂ, ਪਰ ਜਿਹੜਾ ਆਪਣਾ ਆਹ ਸਬਜੈਕਟ ਤੇ ਵਰਬ ਆ ਉਹ ਸਹੀ ਆਰਡਰ ਵਿੱਚ ਹੋਊਗਾ। ਜੇ ਇਹ ਕੁਐਸਚਨ ਹੁੰਦਾ ਤਾਂ ਵਰਬ ਨੇ ਮੂਹਰੇ ਹੋਣਾ ਸੀ, ਸਬਜੈਕਟ ਨੇ ਬਾਅਦ ਚ ਹੋਣਾ ਸੀ, ਠੀਕ ਹੈ। ਪਰ ਕਿਉਂਕਿ ਇਹ ਐਕਸਕਲੇਮੇਟਰੀ ਸੈਂਟੈਂਸ ਆ ਤਾਂ ਆਪਣਾ ਸਬਜੈਕਟ ਤੇ ਵਰਬ ਆਪਣੇ ਸਹੀ ਸੀਕੁਐਂਸ ਵਿੱਚ ਹੈਗੇ ਆ। ਤੇ ਜਿਵੇਂ ਆਪਣੇ ਉਹ ਹੁੰਦੇ ਆ, ਮੈਂ ਇੱਕ ਚੀਜ਼ ਟਰਾਈ ਕਰਕੇ ਦੇਖਣਾ, ਮੈਂ ਕੀਤੀ ਨਹੀਂ ਕਦੇ, ਹਾਂ ਆਵੇ ਵੀ ਜਿਵੇਂ ਆਪਾਂ ਅਸਰਟਿਵ ਸੈਂਟੈਂਸ ਲਿਖਦੇ ਆ ਉਵੇਂ ਹੀ ਆਪਾਂ ਐਕਸਕਲੇਮੇਟਰੀ ਸੈਂਟੈਂਸ ਵਿੱਚ ਸਬਜੈਕਟ ਵਰਬ ਨੂੰ ਲਿਖਦੇ ਆ। ਬਟ ਡਿਫਰੈਂਸ ਕੀ ਆ ਇਸ ਚੀਜ਼ ਦਾ ਕਿ ਆਪਣੇ ਮੂਹਰੇ ਕੁਐਸਚਨ ਵਾਲੇ ਵਰਡਸ ਯੂਜ਼ ਕੀਤੇ ਹੁੰਦੇ ਆ। ਇਹ ਜਿਹੜੇ ਸੈਂਟੈਂਸਸ ਹੈਗੇ ਆ, ਇਹਨਾਂ ਨੂੰ ਆਪਾਂ ਅੱਗੇ ਪਿੱਛੇ ਰੱਖ ਕੇ ਇਹਨਾਂ ਨੂੰ ਮੀਨਿੰਗਫੁਲ ਵੇ ਵਿੱਚ ਲਿਖਣਾ ਹੈਗਾ। ਨਾ ਪਹਿਲੇ ਦਾ ਆਨਸਰ ਬੋਲੋ ਪੁੱਤਰ। Leave the hall right now. ਠੀਕ ਹੈ, ਅਗਲੇ ਦਾ ਆਨਸਰ ਨਾਜ਼। Yes, sir. Oh, how sad this news is. ਠੀਕ ਆ, ਹੁਣ ਇਹਦੇ ਵਿੱਚ ਮੈਨੂੰ ਪਤਾ ਸੀ ਤੁਸੀਂ ਸਾਰਿਆਂ ਨੇ ਛੋਟੀ ਜਿਹੀ ਹੀ ਇੱਕ ਗਲਤੀ ਕਰਨੀ ਆ। ਉਹ ਗਲਤੀ ਕੀ ਆ ਹੁਣ ਤੁਹਾਨੂੰ ਪਤਾ ਲੱਗ, ਜਿਹੜਾ ਆਪਾਂ ਐਕਸਕਲੇਮੇਸ਼ਨ ਮਾਰਕ ਲਗਾਉਣਾ ਹੈ ਉਹ ਐਂਡ ਉੱਤੇ ਲਗਾਉਣਾ ਹੈ, ਠੀਕ ਆ। ਤੇ ਜਿਹੜਾ ਮੂਹਰੇ ਉਹ ਲਿਖਿਆ ਹੈਗਾ ਜਾਂ ਹੋਰ ਕੋਈ ਐਕਸਪ੍ਰੈਸ਼ਨ ਲਿਖਿਆ ਹੈਗਾ ਉਹਦੇ ਪਿੱਛੇ ਆਪਾਂ ਕੀ ਲਗਾਉਣਾ ਹੈ, ਕੌਮਾ ਲਗਾ ਦੇਣਾ ਹੈ। ਉਸ ਤੋਂ ਬਾਅਦ ਅਗਲੇ ਦਾ ਆਨਸਰ ਨਾਜ਼। Yes, sir. Do you know when will the program begin? Do you know when will the program begin? ਇਦਾਂ ਵੀ ਲਿਖ ਸਕਦੇ, ਦੋਵੇਂ ਤਰੀਕੇ ਸਹੀ ਆ ਲਿਖਣ ਦੇ, ਠੀਕ ਆ। ਤੁਸੀਂ ਇਦਾਂ ਵੀ ਲਿਖ ਸਕਦੇ ਆ, ਇਦਾਂ ਵੀ ਲਿਖ ਸਕਦੇ ਆ। ਉਸ ਤੋਂ ਬਾਅਦ ਅਗਲੇ ਦਾ ਆਨਸਰ ਮੈਨੂੰ ਦੇ ਦਿਓ ਰਵੀਨਾ। Can you tell me the way to the station? Can you tell me the way to the station? ਸਹੀ ਆਨਸਰ ਹੈ ਜੀ ਤੁਹਾਡਾ। Sir, Germany Ratul will leave this evening. ਰਤੁਲ will leave, ਐਕਚੁਅਲੀ ਇੱਥੇ for missing ਸੀਗਾ, ਉਹ ਤੁਸੀਂ ਪਾਉਣਾ ਸੀਗਾ, ਠੀਕ ਆ। ਰਤੁਲ will leave, ਰਤੁਲ ਜਾਊਗਾ ਕਾਦੇ ਲਈ, ਕਿੱਥੇ ਜਾਊਗਾ, ਜਰਮਨੀ, ਕਦੋਂ, this evening। ਠੀਕ ਹੈ ਸਰ, ਤਾਂ ਹੀ ਉਹ ਸੈਂਸ ਨਹੀਂ ਬਣ ਰਹੀ ਸੀ। for ਪਾਉਣ ਦੀ ਲੋੜ ਵੀ ਨਹੀਂ ਹੈਗੀ। ਵੈਸੇ ਦੋ ਤਰੀਕੇ ਨੇ, ਹੁਣ ਦੇਖੋ ਦੋਵਾਂ ਦਾ ਡਿਫਰੈਂਸ ਕੀ ਹੈਗਾ। for ਆਉਣਾ ਸੀਗਾ ਸੈਂਟੈਂਸ ਦੇ ਹਿਸਾਬ ਨਾਲ, ਪਰ ਜੇ ਨਹੀਂ ਵੀ ਹੈਗਾ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ। ਕਿਉਂ ਨਹੀਂ ਹੈਗੀ ਮੈਂ ਉਹ ਤੁਹਾਨੂੰ ਦੱਸ ਦਿੰਦਾ। ਜੇ ਆਪਾਂ ਕਹਿੰਦੇ ਆ ਰਤੁਲ will leave for ਜਰਮਨੀ this evening, ਤਾਂ ਇਹਦਾ ਮਤਲਬ ਹੈ ਕਿ ਰਤੁਲ ਲੈਟ ਅਸ ਸੇ ਹੁਣ ਇੰਡੀਆ ਵਿੱਚ ਹੈ ਤੇ ਉਹਨੇ ਜਰਮਨੀ ਜਾਣਾ ਹੈ, ਤਾਂ ਆਪਾਂ ਕਹਿ ਰਹੇ ਹਾਂ ਅੱਜ ਸ਼ਾਮ ਨੂੰ ਉਹ ਜਰਮਨੀ ਜਾਵੇਗਾ, ਠੀਕ ਹੈ। ਰਤੁਲ ਕੀ ਕਰੂਗਾ, ਅੱਜ ਸ਼ਾਮ ਨੂੰ ਜਰਮਨੀ ਜਾਵੇਗਾ। ਜੇ ਆਪਾਂ ਇਹਦੇ ਚੋਂ for ਹਟਾ ਦਿੰਨੇ ਆ ਫਿਰ ਇਹਦਾ ਕੀ ਮਤਲਬ ਬਣ ਜਾਊਗਾ, ਕੋਈ ਦੱਸ ਸਕਦਾ? सर फिर इसका उल्टा मीनिंग हो जाएगा कि वो जर्मनी को छोड़ के जा रहा है। ਹਾਂ, ਫਿਰ ਇਹਦਾ ਮਤਲਬ ਹੋ ਜਾਊਗਾ ਕਿ ਉਹ ਜਰਮਨੀ ਨੂੰ ਛੱਡ ਕੇ ਜਾ ਰਿਹਾ। ਹੁਣ ਉਹ ਜਰਮਨੀ ਵਿੱਚ ਆ ਤੇ ਜਰਮਨੀ ਨੂੰ ਛੱਡ ਕੇ ਜਾ ਰਿਹਾ ਹੈ, ਠੀਕ ਹੈ। ਤੇ ਜੇ ਆਪਾਂ for ਪਾਉਣੇ ਆ ਮਤਲਬ ਉਹ ਜਰਮਨੀ ਜਾਵੇਗਾ, ਤੇ ਜੇ ਆਪਾਂ for ਹਟਾ ਦਿੰਨੇ ਆ ਮਤਲਬ ਜਰਮਨੀ ਤੋਂ ਵਾਪਿਸ ਆਵੇਗਾ। ਨਾਜ਼ ਜਿਹੜਾ ਤੁਸੀਂ ਆਨਸਰ ਲਿਖਿਆ ਨਾ will ਰਤੁਲ leave Germany this evening, ਇਹ ਸਹੀ ਹੈ, ਬਟ ਇਹ ਇੰਟਰੋਗੇਟਿਵ ਇਹ ਸਵਾਲ ਬਣ ਜਾਣਾ ਸੀ, ਪਰ ਉਹਨਾਂ ਨੇ ਆਪਾਂ ਨੂੰ ਅਸਰਟਿਵ ਬਣਾਉਣ ਨੂੰ ਕਿਹਾ ਸੀਗਾ। ਤਾਂ ਜੋ ਤੁਸੀਂ ਆਨਸਰ ਲਿਖਿਆ ਹੈਗਾ ਕਿ will ਰਤੁਲ leave Germany this evening,
ਉਹ ਕੁਐਸਚਨ ਲਈ ਸਹੀ ਹੈ, ਬਟ ਇੱਥੇ ਆਪਾਂ ਅਸਰਟਿਵ ਲਿਖਣਾ ਸੀ ਤਾਂ ਆਪਾਂ ਇਸ ਨੂੰ ਇਦਾਂ ਲਿਖਾਂਗੇ। ਠੀਕ ਹੈ, Okay, sir. ਇੱਥੋਂ ਤੱਕ ਕਿਸੇ ਨੂੰ ਕੋਈ ਵੀ ਡਾਊਟ ਹੋਵੇ ਤਾਂ ਮੈਨੂੰ ਦੱਸੋ। No, sir. sir, no doubt. ਹਾਂਜੀ, ਨੋ ਡਾਊਟ। No, sir. ਰਵੀਨਾ, ਨਾਜ਼, ਹਰਪ੍ਰੀਤ, ਕਿਸੇ ਨੂੰ ਵੀ ਕੋਈ ਡਾਊਟ ਹੋਵੇ ਤਾਂ ਮੈਨੂੰ ਬੇਝਿਜਕ ਦੱਸ ਦਿਓ। No, sir. Clear, sir. ਠੀਕ ਹੈ, ਕਲੀਅਰ ਹੈ। ਉਸ ਤੋਂ ਬਾਅਦ ਆਪਣਾ ਇੱਕ ਆਨਸਰ ਹੋਰ ਦੇ ਦਿਓ ਰਵੀਨਾ ਤੁਸੀਂ। How majestic the tiger is. Sign of ਹਾਊ ਮੈਜੈਸਟਿਕ exclamation. ਦਾ ਟਾਈਗਰ ਇਜ਼। ਠੀਕ ਆ, ਹੁਣ ਦ ਆਪਣਾ ਅੱਗੇ ਲੱਗਿਆ, ਦ ਟਾਈਗਰ ਆਪਣਾ ਸਬਜੈਕਟ ਅੱਗੇ ਆ, ਤੇ ਇਸ ਉਹਦੇ ਬਾਅਦ ਆ ਜੋ ਨਾਰਮਲੀ ਹੁੰਦਾ ਏ, ਤਾਂ ਇਹ ਆਪਣਾ ਕੀ ਆ, ਐਕਸਕਲਾਮੇਟਰੀ ਸੈਂਟੈਂਸ। ਜਸਰਾਜ ਆਨਸਰ ਦੇ ਦਿਓ। Yes, sir. Sir, मैंने चैट में लिख दिया। ਇਸ ਦਾ ਆਨਸਰ ਹੈਗਾ is there anyone behind the door। anyone is there behind the door ਆਪਾਂ ਜੇ ਆਪਾਂ ਲਿਖਦੇ ਆ ਗੋਲਡ, ਉਹ ਕੀ ਹੋਊਗਾ, ਉਹ ਗਲਤ ਹੋ ਜਾਊਗਾ। ਕਿਉਂ ਗਲਤ ਹੋ ਜਾਊਗਾ? ਕਿਉਂਕਿ ਫਿਰ ਉਹ ਅਸਰਟਿਵ ਸੈਂਟੈਂਸ ਬਣ ਜਾਊਗਾ। ਠੀਕ ਹੈ, ਤਾਂ ਆਪਾਂ ਜਦੋਂ ਇੰਟਰੋਗੇਟਿਵ ਸੈਂਟੈਂਸ ਬਣਾਉਣਾ ਹੈਗਾ, ਆਪਾਂ ਸਵਾਲ ਪੁੱਛਣਾ ਹੈਗਾ, ਤਾਂ ਇਸ ਆਪਣਾ ਅੱਗੇ ਆਵੇਗਾ, देयर ਆਪਣਾ ਬਾਅਦ ਆਵੇਗਾ। ਦੇਖੋ, ਜੇ ਇਹਨੂੰ ਆਪਾਂ ਆਨਸਰ ਦੇ ਤੌਰ ਉੱਤੇ ਲਿਖਣਾ ਹੋਵੇ, ਆਪਾਂ ਕਿਵੇਂ ਲਿਖਣਾ ਸੀ, देयर इज एनीवन नहीं आऊगा, फिर इतने समवन होना सी, समवन बिहाइंड द डोर। ठीक है, इतने देयर इज होना सी ना, देयर इज नु उल्टा करांगे ਤਾਂ ਹੀ इंटरोगेटिव बनेगा, ਤਾਂ इस देयर एनीवन बिहाइंड द डोर होना सीगा। आ गई समझ? Okay, sir. ठीक है, अगले दा आंसर गोल्ड दो। Sir, many of the national sport is football. ठीक है, ਚਲੋ ਇਸ ਨੂੰ ਆਪਾਂ ਡਿਸਕਸ ਕਰਦੇ ਹਾਂ। ਹੁਣ ਗੋਲਡ ਇਹਦੇ ਵਿੱਚ ਗਲਤੀ ਹੈ, ਪਰ ਇਹਨੂੰ ਆਪਾਂ ਹੁਣ ਤੁਸੀਂ ਗਈ ਸਹੀ ਕਰੋਗੇ, ਮੈਂ ਨਹੀਂ ਕਰੂੰਗਾ। ਠੀਕ ਹੈ, ਕਿਵੇਂ ਕਰਾਂਗੇ? ਪਹਿਲਾਂ ਮੈਨੂੰ ਦੱਸੋ ਇਸ ਸੈਂਟੈਂਸ ਵਿੱਚ ਗੱਲ ਕਾਦੀ ਹੋ ਰਹੀ ਆ? सर कि वो फुटबॉल स्पोर्ट। ਦੇਖੋ, ਮੈਨੂੰ ਇੱਕ ਵਰਡ ਵਿੱਚ ਦੱਸੋ, ਸਬਜੈਕਟ ਵਰਡ ਇਸ ਦਾ ਕੀ ਹੋਊਗਾ, ਕਿਸ ਦੀ ਗੱਲ ਹੋ ਰਹੀ ਹੈ ਇਸ ਸੈਂਟੈਂਸ ਵਿੱਚ? सर फुटबॉल। ਫੁੱਟਬਾਲ ਦੀ, ਮਤਲਬ ਫੁੱਟਬਾਲ ਨੂੰ ਆਪਾਂ ਅੱਗੇ ਲਿਖ ਲਿਆ। ਠੀਕ ਹੈ, ਹੁਣ ਅੱਗੇ ਇਹਨਾਂ ਨੇ ਦੱਸਿਆ ਕਿ ਫੁੱਟਬਾਲ ਕੀ ਹੈ, ਉਹ ਦੱਸਿਆ ਇਹਨਾਂ ਨੇ ਕਿ ਨੈਸ਼ਨਲ ਸਪੋਰਟ ਹੈ। ਫਿਰ ਫੁੱਟਬਾਲ ਇਸ, ਜਸਰਾਜ ਮੈਂ ਤੁਹਾਨੂੰ ਟਾਈਮ ਦਿੰਦਾ, 1 ਮਿੰਟ ਦਿਓ ਪਹਿਲਾਂ। ਫੁੱਟਬਾਲ ਇਸ ਕੀ ਹੈ? ਫੁੱਟਬਾਲ ਦ ਨੈਸ਼ਨਲ ਸਪੋਰਟ national sports of many nations। ਨੈਸ਼ਨਲ ਸਪੋਰਟ ਆਫ ਮੈਨੀ ਨੇਸ਼ਨਸ, ਆਫ ਮੈਨੀ ਨੇਸ਼ਨਸ, ਇੱਕੋ ਸਪੋਰਟ ਦੀ ਗੱਲ ਕਰ ਰਹੇ ਨੇ ਆਪਾਂ ਫੁੱਟਬਾਲ ਦੀ। ਇਦਾਂ ਆਪਾਂ ਲਿਖਣਾ, ਕਿਹਦੀ ਗੱਲ ਹੋ ਰਹੀ ਹੈ? ਫੁੱਟਬਾਲ ਦੀ। ਫੁੱਟਬਾਲ ਕੀ ਹੈ? ਨੈਸ਼ਨਲ ਸਪੋਰਟ ਹੈ। ਹੁਣ ਕਿਹਦੀ ਨੈਸ਼ਨਲ ਸਪੋਰਟ ਹੈ? ਆਫ ਮੈਨੀ ਨੇਸ਼ਨਸ। ਕੱਲ ਆਪਾਂ ਜਦੋਂ ਕਾਊਂਟਰ ਵਾਲਾ ਐਗਜ਼ਾਮਪਲ ਕੀਤਾ ਸੀਗਾ ਕਿ ਉਹਨਾਂ ਨੇ ਇੱਕ ਦ ਮੈਨ ਐਟ ਦ ਕਾਊਂਟਰ ਆਸਕਡ ਮੀ ਟੂ ਪੁੱਟ ਦ ਚੈੱਕ ਇਨ ਦ ਬਾਕਸ, ਉਹਦੇ ਵਿੱਚ ਕੀ ਸੀਗਾ, ਆਪਾਂ ਪਹਿਲਾਂ ਕਾਊਂਟਰ ਤੇ ਬੰਦੇ ਕੋਲੇ ਗਏ, ਉਹਨੇ ਆਪਾਂ ਨੂੰ ਕੀ ਕੁਝ ਕਿਹਾ, ਕੀ ਕਿਹਾ ਕਿ ਚੈੱਕ ਪਾਉਣਾ ਹੈ, ਕਾਹਦੇ ਚ ਪਾਉਣਾ ਹੈ? ਬਾਕਸ ਵਿੱਚ ਪਾਉਣਾ ਹੈ। ਲੌਜੀਕਲੀ ਆਪਾਂ ਇੱਕ ਇੱਕ ਚੀਜ਼ ਤੋਂ ਬਾਅਦ ਇੱਕ ਇੱਕ ਚੀਜ਼ ਕਰ ਰਹੇ ਸੀ ਨਾ। ਪਹਿਲੀ ਚੀਜ਼ ਕੀਤੀ, ਬੰਦੇ ਕੋਲੇ ਗਏ ਕਾਊਂਟਰ ਉੱਤੇ ਜਿਹੜਾ ਬੈਠਾ ਸੀ, ਫਿਰ ਉਹਨੇ ਦੂਜੀ ਚੀਜ਼ ਕੀ ਹੋਈ, ਉਹਨੇ ਆਪਾਂ ਨੂੰ ਕੁਝ ਕਰਨ ਨੂੰ ਕਿਹਾ। ਕੀ ਕਰਨ ਨੂੰ ਕਿਹਾ? ਚੈੱਕ ਨੂੰ ਪਾਉਣ ਨੂੰ ਕਿਹਾ ਬਾਕਸ ਦੇ ਵਿੱਚ। 3 ਚੀਜ਼ਾਂ ਲਾਈਨ ਬਾਈ ਲਾਈਨ ਹੋਈਆਂ। ਉਹੀ ਚੀਜ਼ ਇੱਥੇ ਆਪਾਂ ਸੋਚਣੀ ਆ, ਕਾਦੀ ਗੱਲ ਹੋ ਰਹੀ ਆ? ਫੁੱਟਬਾਲ ਦੀ ਗੱਲ ਹੋ ਰਹੀ ਆ। ਫੁੱਟਬਾਲ ਕੀ ਹੈ? ਨੈਸ਼ਨਲ ਸਪੋਰਟ ਹੈ। ਕਾਦੀ ਹੈ? ਆਫ ਮੈਨੀ ਨੇਸ਼ਨਸ। ਆ ਗਈ ਸਮਝ? यस सर। ਠੀਕ ਹੈ, ਕਿ ਇਸ ਨਹੀਂ ਪਹਿਲੇ ਦਾ ਹੀ ਦਿੱਤਾ ਹੈ ਨਾ, ਅਗਲੇ ਦਾ ਆਨਸਰ ਦਿਓ। Stop arguing and finish the work। ਸਟਾਪ ਆਰਗੂਇੰਗ ਐਂਡ ਫਿਨਿਸ਼ ਦ ਵਰਕ। यस सर। ਠੀਕ ਹੈ, ਬਿਲਕੁਲ ਸਹੀ ਹੈ, ਵੈਰੀ ਗੁੱਡ। ਹੁਣ ਇਹਦੇ ਵਿੱਚ ਆਪਾਂ ਫਿਨਿਸ਼ ਦ ਵਰਕ ਐਂਡ ਸਟਾਪ ਆਰਗੂਇੰਗ ਕਾਹਤੋਂ ਨਹੀਂ ਲਿਖਿਆ? ਇਸ ਕਰਕੇ ਨਹੀਂ ਲਿਖਿਆ ਕਿਉਂਕਿ ਜੇ ਕੋਈ ਝਗੜ ਰਿਹਾ, ਆਪਸ ਵਿੱਚ ਲੜ ਰਿਹਾ ਹੈਗਾ, ਤਾਂ ਪਹਿਲਾਂ ਉਹ ਲੜਨਾ ਬੰਦ ਕਰੂਗਾ, ਫੇਰ ਹੀ ਕੰਮ ਕਰੂਗਾ। ਠੀਕ ਹੈ, ਆਪਾਂ ਇਦਾਂ ਵੀ ਕਹਿ ਸਕਦੇ ਫਿਨਿਸ਼ ਦ ਵਰਕ ਐਂਡ ਸਟਾਪ ਆਰਗੂਇੰਗ, ਵੀ ਕੰਮ ਪੂਰਾ ਕਰੋ ਤੇ ਫੇਰ ਲੜਨਾ ਬੰਦ ਕਰ ਦਿਓ। ਬਟ ਪਹਿਲਾਂ ਲੜਨਾ ਬੰਦ ਕਰਾਂਗੇ ਫੇਰ ਹੀ ਕੰਮ ਪੂਰਾ ਹੋਊਗਾ, ਤਾਂ ਆਪਾਂ ਪਹਿਲਾਂ ਸਟਾਪ ਆਰਗੂਇੰਗ ਲਿਖਿਆ ਹੈ, ਫਿਰ ਫਿਨਿਸ਼ ਦ ਵਰਕ ਲਿਖਿਆ ਹੈ। सर आई हैव डाउट। ਹਾਂਜੀ ਦੱਸੋ। सर आपने कहा था वो सब्जेक्ट आगे भी हो सकते हैं पीछे भी, पर आपने जब वो फुटबॉल वाला कहा था तो आपने फुटबॉल आगे क्यों लगाया, पीछे क्यों लगाया? देखो वो ना हर सेंटेंस पे वो रूल अप्लाई नहीं होता। अगर हमारे पास नॉर्मल रूल के अकॉर्डिंग हमारा सेंटेंस बन सकता है,
सो मेक इट अकॉर्डिंग द नॉर्मल रूल। हमारा नॉर्मल जो रूल है वो क्या कहता है, सब्जेक्ट पहले होगा, उसके बाद वर्ब होगा, उसके बाद हमारा ऑब्जेक्ट होगा। अगर ये हमारा रूल फॉलो हो रहा है तो हमें बाद में सब्जेक्ट लगाने की जरूरत नहीं है, क्योंकि फिर हमारी गलती हो सकती है। आपने क्या सेंटेंस बोला था, दोबारा बोलना जो हमारा गलत था। many of the nations is national sport is football. अगर आपने ऐसे लिखना है ना तो आपको यहाँ पे अपॉस्ट्रोफी लगानी पड़ेगी, जो हमारे पास ऊपर है नहीं। Okay sir. देखो इसमें हम क्या कह रहे हैं कि फुटबॉल काफी देशों की नेशनल स्पोर्ट है, ये जो हमारा फर्स्ट सेंटेंस है, ठीक है। इसमें पहले हम फुटबॉल की बात कर रहे हैं, बाद में बता रहे हैं। आप ये कह रहे हैं कि फुटबॉल ਕਾਫੀ ਦੇਸ਼ਾਂ ਦੀ ਨੈਸ਼ਨਲ ਸਪੋਰਟ ਹੈ। ਇੱਥੇ ਆਪਾਂ ਕੀ ਕਹਿ ਰਹੇ ਹਾਂ, ਕਾਫੀ ਦੇਸ਼ਾਂ ਦੀ ਨੈਸ਼ਨਲ ਸਪੋਰਟ ਫੁੱਟਬਾਲ ਹੈ। ਆਪਾਂ ਉਲਟਾ ਕਹਿ ਰਹੇ ਹਾਂ, ਗੱਲ ਉਹੀ ਕਹਿ ਰਹੇ ਹਾਂ ਬਟ ਅਲੱਗ ਤਰੀਕੇ ਨਾਲ ਕਹਿ ਰਹੇ ਹਾਂ। ਬਟ ਜੇ ਆਪਾਂ ਅਲੱਗ ਤਰੀਕੇ ਨਾਲ ਗੱਲ ਕਹਿ ਰਹੇ ਹਾਂ ਤਾਂ ਆਪਾਂ ਨੂੰ ਇੱਥੇ ਅਪੋਸਟ੍ਰੋਫੀ ਦੀ ਲੋੜ ਸੀ, ਜਿਹਦੇ ਕਰਕੇ ਇਹ ਸੈਂਟੈਂਸ ਗਲਤ ਹੁੰਦਾ ਸੀਗਾ, ਕਿਉਂਕਿ ਆਪਣੇ ਕੋਲੇ ਉੱਪਰ ਮਿਸਿੰਗ ਆ। ਦੇਖੋ ਗ੍ਰਾਮੈਟਿਕਲੀ ਇਹ ਚੀਜ਼ ਸਹੀ ਹੋਵੇਗੀ ਜੇ ਆਪਾਂ ਅਪੋਸਟ੍ਰੋਫੀ ਲਗਾ ਦਾਂਗੇ। ਸੋ ਤੁਹਾਡਾ ਲਿਖਣ ਦਾ ਸਟਰਕਚਰ ਗਲਤ ਨਹੀਂ ਹੈਗਾ, बट जो अपने को इतने सेंटेंस है उस अकॉर्डिंग ये गलत है। Okay sir. आगे समझ हाले भी कोई डाउट हैगी या तो मैंने दस दो। No sir, clear है। ठीक है, No sir, लास्ट clear है। आंसर। सर थोड़ी बहुत प्रॉब्लम आ रही है, लाइन कोई बन ही नहीं रही। अच्छा लाइन नहीं बन रही कोई? Yes sir. ਇਹਦਾ ਆਨਸਰ ਹੋ, ਠੀਕ ਹੈ, ਰੀਮਾ would love to visit a chocolate factory, ਇਹ ਇਹਦਾ ਆਨਸਰ ਹੋ। ਇਸ ਦਾ ਆਨਸਰ ਦੋ। Be quiet and sit down. ਦੇਖੋ ਦੋਵੇਂ ਪਾਸਿਓਂ ਲਿਖ ਸਕਦੇ ਹੋ ਤੁਸੀਂ, ਬਟ ਆਪਾਂ ਇਮੇजिन ਕਰ be quiet and sit down ਵੀ ਸਹੀ ਹੈ, sit down and be quiet ਵੀ ਸਹੀ ਹੈ। ਬਟ ਲੈਟ ਅਸ ਸੇ ਕਿ ਤੁਹਾਡੇ ਹੈਂਡਸ ਅਪ ਕਰਵਾਏ ਹੋਏ ਨੇ ਟੀਚਰ ਨੇ। ਹੁਣ ਟੀਚਰ ਕਿਉਂਕਿ ਤੁਸੀਂ ਬੋਲ ਰਹੇ ਸੀ ਤੁਹਾਨੂੰ ਪਨਿਸ਼ਮੈਂਟ ਦਿੱਤੀ, ਸਟੈਂਡ ਅਪ ਕਰਵਾ ਦਿੱਤਾ ਜਾਂ ਹੈਂਡਸ ਅਪ ਕਰਵਾ ਦਿੱਤੇ। ਹੁਣ ਮੈਮ ਕਹਿ ਰਹੇ ਨੇ ਬੈਠ ਜਾਓ ਪਰ ਚੁੱਪ ਰਹੋ, ਤਾਂ ਆਪਾਂ ਇਦਾਂ ਲਿਖ ਲੈਂਦੇ ਆ sit down and be quiet। ਲੌਜੀਕਲੀ ਕੀ ਸੀਕੁਐਂਸ ਹੋਣਾ ਚਾਹੀਦਾ ਕਿ ਪਹਿਲਾਂ ਆਪਾਂ ਬੈਠਾਂਗੇ ਫਿਰ ਆਪਾਂ ਚੁੱਪ ਹੋਵਾਂਗੇ, ਠੀਕ ਹੈ। sit down and be quiet। हाँ जी जसराज दो आंसर। how beautiful, जो हरप्रीत ने किया वो ज्यादा सही होगा। the rain in spring is। अगले दा आंसर How terrible it must be है। ਇਹਦਾ ਆਂਸਰ ਹੋਊਗਾ how terrible it must have been। ਜੇ ਆਪਾਂ ਅਸਰਟਿਵ ਸੈਂਟੈਂਸ ਲਿਖਣਾ ਹੁੰਦਾ ਆਪਾਂ ਕਿਵੇਂ ਲਿਖਣਾ ਸੀ, it must have been very, ਜਾਂ ਫਿਰ ਸਿੱਧਾ terrible ਲਿਖ ਲੈਂਦੇ ਆ it must have been terrible। ਤਾਂ ਇੱਥੇ ਵੀ it must have been ਲਿਖਿਆ ਹੈਗਾ, ਤਾਂ ਇੱਥੇ ਵੀ it must have been ਸਿੱਧਾ ਲਿਖਿਆ ਜਾਣਾ ਸੀ। ਅਗਲੇ ਦਾ ਆਂਸਰ Why you don't come here। ਪਹਿਲਾਂ ਤਾਂ ਇਹਦਾ ਅਸਰਟਿਵ ਦੇਖਦੇ ਹਾਂ ਕੀ ਹੋਣਾ ਸੀ, you don't come here, ਇਹ ਹੋਣਾ ਸੀ ਨਾ ਇਹਦਾ ਅਸਰਟਿਵ ਸੈਂਟੈਂਸ। ਹੁਣ ਜੋ ਜਸਰਾਜ ਨੇ ਕਿਹਾ ਉਹ ਥੋੜਾ ਜਿਹਾ ਗਲਤ ਆ, ਕੋਈ ਹੋਰ ਆंसर देना चाहूँ? सर एक मुझे लग रहा है जो हो सकता है। क्या चीज? सर श्योर नहीं है। बोलो बोलो। सर एक और मैं श्योर नहीं है। Why don't you come here? Why don't you come here? ਹੁਣ ਮੈਂ ਤੁਹਾਨੂੰ ਸਮਝਾਈ ਨਾ ਇਹੀ ਚੀਜ਼ ਅੱਜ, ਜਦੋਂ ਆਪਾਂ ਅਸਰਟਿਵ ਲਿਖਣਾ ਹੈ ਸਬਜੈਕਟ ਪਹਿਲਾਂ ਹੋਊਗਾ, ਜੋ ਆਪਣੇ ਹੈਲਪਿੰਗ ਵਰਬ ਹੈਗੇ ਆ ਉਹ ਬਾਅਦ ਚ ਆਉਣਗੇ। ਐਕਸਕਲੇਮੇਟਰੀ ਵਿੱਚ ਵੀ ਇਹੀ ਆ, ਸਬਜੈਕਟ ਪਹਿਲਾਂ ਹੋਊਗਾ, ਹੈਲਪਿੰਗ ਵਰਬ ਆਪਣੇ ਬਾਅਦ ਹੋਣਗੇ। ਪਰ ਜਿਹੜਾ ਇੰਟਰੋਗੇਟਿਵ ਆ ਉਹਦੇ ਵਿੱਚ ਕੀ ਹੋਊਗਾ, why don't you come here। you don't ਨਹੀਂ ਹੋਊਗਾ, don't you ਹੋ ਜੂ। ਆ ਗਈ ਸਮਝ? ਜਦੋਂ ਸਵਾਲ ਪੁੱਛਣਾ ਆਪਾਂ ਉਦੋਂ ਇਹਨਾਂ ਦੀ ਪੋਜੀਸ਼ਨ ਚੇਂਜ ਕਰਨੀ ਹੁੰਦੀ ਹੈ ਨਾ ਸਬਜੈਕਟ ਤੇ, ਜਿਹੜਾ ਨਾਲ ਆਪਣੇ ਹੈਲਪਿੰਗ ਵਰਬ ਹੈਗੇ ਨੇ, ਤਾਂ ਉਹ ਆਪਾਂ ਨਹੀਂ ਕੀਤਾ ਤਾਂ ਆਪਣੀ ਗਲਤੀ ਹੋਈ। ਕਲੈਰਿਟੀ ਆ ਇੱਥੋਂ ਤੱਕ? ਲਾਸਟ ਦਾ ਆंसर भी ਤੁਸੀਂ ਦੇ ਦਿਓ जसराज, ताकि अपना टाइम ना ज्यादा लास्ट वाले का मुझे सर लास्ट का मुझे लाइन बन नहीं थी, मैं श्योर नहीं है बट मैंने लिखा है कुछ। बोलो बोलो कोई बात नहीं, अगर श्योर नहीं भी हो तो। You open the box after check the contents। ਇਹ ਚ ਥੋੜੀ ਜਿਹੀ ਗਲਤੀ ਹੈ, ਕੋਈ ਹੋਰ ਜਾਣਾ ਆਨਸਰ ਦੇਣਾ ਚਾਹੇ ਇਹਦਾ? Yes sir। Check the contents after you open the box। ਹਾਂਜੀ, ਕੰਟੈਂਟਸ ਦਾ ਮਤਲਬ ਕੀ ਹੁੰਦਾ, ਜੋ ਕੋਈ ਚੀਜ਼ ਕਿਸੇ ਦੇ ਵਿੱਚ ਹੁੰਦੀ ਹੈ। ਚੈੱਕ ਦਾ ਕੰਟੈਂਟਸ ਆਫਟਰ ਯੂ ਓਪਨ ਦਾ ਬਾਕਸ।
ਤਾਂ ਬਾਕਸ ਖੋਲਣ ਤੋਂ ਬਾਅਦ ਜੋ ਵਿੱਚ ਚੀਜ਼ਾਂ ਹੋਣਗੀਆਂ ਉਹਨਾਂ ਨੂੰ ਚੈੱਕ ਕਰ ਲਓ। ਮੰਨ ਕੇ ਚੱਲੋ ਤੁਸੀਂ ਸ਼ੀਸ਼ੇ ਦੀ ਕੋਈ ਚੀਜ਼ ਮੰਗਾਈ ਹੈ ਜਿਹੜੀ ਸ਼ੀਸ਼ੇ ਦੀ ਬਣੀ ਹੋਈ ਹੈ, ਤਾਂ ਜਦੋਂ ਤੁਸੀਂ ਉਹ ਕਹਿ ਰਹੇ ਆ ਕਿ ਜਦੋਂ ਬਾਕਸ ਨੂੰ ਤੁਸੀਂ ਖੋਲੋਗੇ ਉਦੋਂ ਬਾਅਦ ਜਿਹੜੀਆਂ ਉਹਦੇ ਵਿੱਚ ਚੀਜ਼ਾਂ ਹੈਗੀਆਂ ਸ਼ੀਸ਼ੇ ਦੀਆਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਚੈੱਕ ਕਰ ਲਿਓ ਵੀ ਕਿਤੇ ਉਹ ਟੁੱਟੀਆਂ ਭੱਜੀਆਂ ਤਾਂ ਨਹੀਂ ਹੈਗੀਆਂ, ਜਿੰਨੀਆਂ ਤੁਸੀਂ ਚੀਜ਼ਾਂ ਮੰਗਾਈਆਂ ਸੀਗੀਆਂ ਉਹ ਆਈਆਂ ਨੇ ਜਾਂ ਨਹੀਂ ਆਈਆਂ ਨੇ, ਉਹ ਕਰਨ ਨੂੰ ਆਪਾਂ ਨੂੰ ਕਿਹਾ ਜਾ ਰਿਹਾ ਹੈ। ਤਾਂ ਚੈੱਕ ਦਾ ਕੰਟੈਂਟਸ ਆਫਟਰ ਯੂ ਓਪਨ ਦਾ ਬਾਕਸ, ਇਹ ਆਪਣਾ ਆਨਸਰ ਸੀਗਾ। ਕਿਸੇ ਨੂੰ ਕੋਈ ਵੀ ਡਾਊਟ ਹੋਵੇ? ਠੀਕ ਹੈ ਸਰ ਕਲੀਅਰ ਹੈ। ਠੀਕ ਹੈ, ਇਹ ਆਪਣਾ ਸਾਰਾ ਚੈਪਟਰ ਕੰਪਲੀਟ ਹੋ ਗਿਆ। ਆਪਾਂ ਨੂੰ ਕਾਫੀ ਸਮਾਂ ਲੱਗ ਗਿਆ ਇਹਨੂੰ ਕੰਪਲੀਟ ਕਰਨ ਵਿੱਚ, ਨਾਰਮਲੀ 2 ਦਿਨਾਂ ਵਿੱਚ ਹੁੰਦਾ ਹੈ, ਬਟ ਆਪਾਂ ਕਿਉਂਕਿ ਡਿਟੇਲ ਵਿੱਚ ਕਾਫੀ ਚਲੇ ਗਏ ਤਾਂ ਥੋੜਾ ਸਮਾਂ ਲੱਗ ਗਿਆ। ਹੁਣ ਮੰਡੇ ਤੋਂ ਆਪਾਂ ਨਵਾਂ ਚੈਪਟਰ ਸ਼ੁਰੂ ਕਰਾਂਗੇ। 5 ਦਿਨਾਂ ਦੀਆਂ ਡੈਮੋ ਕਲਾਸਿਸ ਸੀਗੀਆਂ ਉਹ ਅੱਜ ਫਿਨਿਸ਼ ਹੋ ਜਾਂਦੀਆਂ ਨੇ। ਜੇ ਤੁਹਾਡੀ ਕੋਈ ਵੀ ਡਾਊਟ ਹੁੰਦੀ ਹੈ ਜਾਂ ਕੋਈ ਵੀ ਪ੍ਰੋਬਲਮ ਹੁੰਦੀ ਹੈ ਮੈਨੂੰ ਤੁਸੀਂ ਦੱਸ ਸਕਦੇ ਹੋ। ਉਸ ਤੋਂ ਬਾਅਦ ਜਿਹਨੇ ਜੁਆਇਨ ਕਰਨਾ ਹੈਗਾ ਉਹ ਤੁਹਾਡੀ ਇੱਛਾ ਹੈਗੀ ਆ, ਮੈਂ ਕਿਸੇ ਨੂੰ ਨਹੀਂ ਕਹਿੰਦਾ, ਫੋਰਸ ਨਹੀਂ ਕਰਦਾ ਹੈਗਾ, ਤਾਂ ਉਹ ਤੁਹਾਡਾ ਡਿਸੀਜਨ ਹੈਗਾ ਹੈ। ਜੇ ਤੁਹਾਡਾ ਕੋਈ ਕੁਐਸਚਨ ਹੈਗਾ, ਕੋਈ ਡਾਊਟ ਹੈਗੀ ਆ, ਉਹ ਸਾਰੀਆਂ ਚੀਜ਼ਾਂ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ। ਥੈਂਕ ਯੂ ਸਰ ਫॉर योर ਐਫਰਟਸ, ਯੂ ਆਰ ਵੈਲਕਮ। ਮੈਨੂੰ ਮਜ਼ਾ ਆਇਆ, ਮੈਂ ਲਿਟਰਲੀ ਦੱਸਦਾ ਮੈਂ ਕਾਫੀ ਪੈਨਿਕ ਕਰ ਰਿਹਾ ਸੀਗਾ ਜਦੋਂ ਮੈਂ ਕਲਾਸਿਸ ਸਟਾਰਟ ਕਰਨੀਆਂ ਸੀਗੀਆਂ, ਕਿਉਂਕਿ ਪਹਿਲੀ ਵਾਰੀ ਆਨਲਾਈਨ ਕਲਾਸਿਸ ਲੈ ਰਿਹਾ ਇੱਕ ਤਾਂ ਇਹ, ਬਾਕੀ ਆਨਲਾਈਨ ਕਲਾਸਿਸ ਵਿੱਚ ਮਿਹਨਤ ਬਹੁਤ ਜ਼ਿਆਦਾ ਹੈ। ਮੈਂ ਹੁਣੇ ਰਿਅਲਾਈਜ਼ ਕੀਤਾ ਇਹ 4-5 ਦਿਨਾਂ ਨੇ ਮੈਂ ਕਲਾਸਿਸ ਕੰਡਕਟ ਕਰਕੇ ਮੈਨੂੰ ਹੁਣ ਵੀ ਨੀਂਦ ਆ ਰਹੀ ਹੈ, ਮੈਂ ਕਾਫੀ ਥੱਕਿਆ ਹੋਇਆ ਹਾਂ। ਰਾਤ ਜੋ ਵੀਡੀਓ ਐਡਿਟ ਕੀਤੀ ਆ ਮੇਰੇ ਖਿਆਲ ਮੈਂ 2:30-3 ਵਜੇ ਐਡਿਟ ਕਰਕੇ ਅਪਲੋਡ ਕੀਤੀ ਸੀਗੀ, ਤਾਂ ਪੂਰੀਆਂ ਅੱਖਾਂ ਬੰਦ ਹੋ ਰਹੀਆਂ ਸੀਗੀਆਂ ਤੇ ਦਿਨ ਵੀ ਮੇਰਾ ਸਾਰਾ ਬਣਾਉਣ ਵਿੱਚ ਲੰਘ ਜਾਂਦਾ ਹੈ। ਤਾਂ ਐਫਰਟ ਥੋੜੀ ਜ਼ਿਆਦਾ ਹੈ ਆਨਲਾਈਨ ਕਲਾਸਿਸ ਵਿੱਚ, ਬਟ ਹਾਂ ਮਜ਼ਾ ਆ ਰਿਹਾ, ਉਹ ਹੈਗਾ ਕਿ ਮੈਨੂੰ ਵੀ ਮਜ਼ਾ ਆਇਆ। ਉਮੀਦ ਹੈ ਤੁਸੀਂ ਵੀ ਕੁਝ ਸਿੱਖਿਆ ਹੋਵੇਗਾ। ਆਈ ਆਲਸੋ enjoyed the ਬਹੁਤ classes। ਕੁਝ ਸਿੱਖਿਆ ਸਰ, ਹਾਂਜੀ ਬਹੁਤ ਕੁਝ ਨਵਾਂ ਸਿੱਖਿਆ। ਥੈਂਕ ਯੂ ਜੀ। ਪਹਿਲਾ ਚੈਪਟਰ ਹੀ ਹੈ ਆਪਣਾ, ਮੈਂ ਸੋਚਦਾ ਹੈਗਾ ਹਾਲੇ 20-25 ਹੋਰ ਪਏ ਨੇ। ਮੈਂ ਐਕਚੁਅਲੀ ਤੇ ਮੇਰੀ ਮੈਰਿਜ ਹੋਈ ਹੈ 19 ਦਸੰਬਰ ਦੇ ਵਿੱਚ। ਮੈਂ ਹਾਂਜੀ ਬੇਸਿਕਲੀ ਲੁਧਿਆਣਾ ਤੋਂ ਬਿਲੋਂਗ ਕਰਦੀ ਹਾਂ। ਹਾਂਜੀ ਮੇਰੀ ਮੈਰਿਜ ਖੰਨੇ ਹੋਈ ਹੈ ਸਰ, 1.5 ਈਅਰ ਹੋ ਗਿਆ ਨੀਅਰ ਅਬਾਊਟ। ਹੂੰ ਤੇ ਸਰ ਮੈਂ ਉੱਥੇ ਕੋਚਿੰਗ ਦਿੰਦੀ ਸੀ, ਮੇਰਾ ਖੁਦ ਦਾ ਕੋਚਿੰਗ ਸੈਂਟਰ ਸੀ। ਹੂੰ ਮੈਂ ਵੀ ਸਿਰਫ 5 ਇਅਰਸ ਕੋਚਿੰਗ ਦਿੱਤੀ ਹੈ, ਮੈਥ, ਸਾਇੰਸ, ਇੰਗਲਿਸ਼ ਦੀ। ਬਟ ਹੂੰ ਜੋ ਚੀਜ਼ਾਂ ਤੁਹਾਡੇ ਤੋਂ ਸਿੱਖੀਆਂ ਉਹ ਚੀਜ਼ਾਂ ਮੈਂ ਵਿੱਚ ਇੰਕਲੂਡ ਨਹੀਂ ਕਰਦੀ ਸੀ। ਹੂੰ ਉਹ ਵੀ ਨਾ ਮਤਲਬ ਕਿਤੇ ਨਾ ਵੀ ਕਿਤੇ ਮੈਨੂੰ ਇਹ ਚੀਜ਼ਾਂ ਸਿਰਫ ਤੁਸੀਂ ਨਹੀਂ ਕਹਿ ਰਹੇ, ਹੁਣ ਤੱਕ ਮੇਰੇ ਕੋਲੇ ਜਿੰਨੇ ਵੀ ਸਟੂਡੈਂਟਸ ਆਏ ਨੇ ਆਫਲਾਈਨ, ਜਿੰਨੇ ਮੇਰੇ ਕੋਲ ਕਾਫੀ ਬੱਚੇ ਰਹੇ ਨੇ ਆਫਲਾਈਨ, ਤੇ ਮੈਨੂੰ ਕਾਫੀ ਸਟੂਡੈਂਟਸ ਨੇ ਇਹ ਚੀਜ਼ ਕਹੀ ਹੈ ਕਿ ਮੈਨੂੰ ਲਿਟਰਲੀ ਇੱਕ ਕੁੜੀ ਨੇ ਇਹ ਗੱਲ ਕਹੀ ਸੀ, ਸ਼ਾਇਦ ਮੈਂ ਤੁਹਾਨੂੰ ਦੱਸੀ ਵੀ ਸੀਗੀ, ਉਹ ਕਹਿੰਦੇ ਮੈਨੂੰ ਨਾ 2-2.5 ਸਾਲ ਹੋ ਗਏ ਨੇ ਆਇਲਸ ਦੀ ਕੋਚਿੰਗ ਲੈਂਦੀ ਨੂੰ, ਤੇ ਮੈਨੂੰ ਅੱਜ ਤਾਈਂ ਕਿਸੇ ਨੇ ਇਹ ਚੀਜ਼ਾਂ ਦੱਸੀਆਂ ਨਹੀਂ ਸੀ ਜੋ ਤੁਸੀਂ ਦੱਸੀਆਂ ਹੈ। ਸਾਨੂੰ ਪਤਾ ਹੀ ਨਹੀਂ ਸੀਗਾ ਆਇਲਸ ਵਿੱਚ ਇਹ ਕੁਝ ਵੀ ਹੁੰਦਾ ਹੈ, ਨਹੀਂ ਤਾਂ ਸਾਡਾ ਇੰਨਾ ਟਾਈਮ ਨਾ ਵੇਸਟ ਹੁੰਦਾ। ਹਰਪ੍ਰੀਤ ਕਹਿ ਰਹੇ ਨੇ ਮੈਨੂੰ ਵੀ ਸਰ। ਹਾਂਜੀ ਮੇਰੇ ਵੱਲੋਂ ਮਤਲਬ ਐਜੂਕੇਸ਼ਨ ਨੂੰ ਨਾ ਪਹਿਲਾਂ ਮੇਰਾ ਇਹ, ਮੈਂ ਤੁਹਾਨੂੰ ਸਹੀ ਦੱਸਾਂ, ਮੇਰਾ ਮਨ ਨਹੀਂ ਸੀਗਾ ਆਨਲਾਈਨ ਕਲਾਸਿਸ ਲੈਣ ਦਾ ਤੇ ਕਿਸੇ ਨੂੰ ਚਾਰਜ ਕਰਨ ਦਾ, ਬਟ ਮੈਨੂੰ 3 ਸਾਲ ਹੋ ਗਏ ਨੇ ਮੇਰੀ ਪੜ੍ਹਾਈ ਖਤਮ ਹੋਈ ਨੂੰ, 3 ਸਾਲਾਂ ਦਾ ਮੈਂ ਫ੍ਰੀ ਆਫ ਕਾਸਟ ਹੀ ਪੜ੍ਹਾ ਰਿਹਾ। ਵਿੱਚ ਥੋੜਾ ਸਮਾਂ ਵੀ ਜੋ ਮੈਂ ਆਇਲਸ ਦੇ ਬੱਚਿਆਂ ਨੂੰ ਕੋਚਿੰਗ ਦਿੱਤੀ, ਗ੍ਰਾਮਰ ਦੇ ਬੱਚਿਆਂ ਨੂੰ ਕੋਚਿੰਗ ਦਿੱਤੀ, ਉਹਦੇ ਮੈਂ ਪੈਸੇ ਲਏ ਨੇ, ਬਟ ਬੜੇ ਰੀਜ਼ਨੇਬਲ ਲਏ ਨੇ। ਜਿਵੇਂ ਸਾਡੇ ਇੱਥੇ ਪ੍ਰਾਈਸ ਜੋ ਫੀਸ ਹੁੰਦੀ ਆ ਆਇਲਸ ਦੀ ਫੀਸ ਹੁੰਦੀ ਆ ਉਹ ਹੁੰਦੀ ਆ ਅਰਾਊਂਡ 7500 to 8000 ਜੇ ਤੁਸੀਂ ਕਿਸੇ ਚੰਗੇ ਇੰਸਟੀਚਿਊਟ ਵਿੱਚ ਜਾਂਦੇ ਆ। ਮੈਂ 5000 ਹੀ ਚਾਰਜ ਕਰਦਾ ਹੁੰਦਾ ਸੀ। ਉਹਦੇ ਵਿੱਚ ਵੀ ਇਦਾਂ ਸੀਗਾ ਕਿ ਜੇ ਕੋਈ ਬੱਚਾ ਛੁੱਟੀ ਕਰ ਲੈਂਦਾ ਹੁੰਦਾ ਸੀ ਮੈਂ ਉਹਦੇ ਛੁੱਟੀ ਦੇ ਪੈਸੇ ਨਹੀਂ ਲੈਂਦਾ ਸੀਗਾ। ਕਿਸੇ ਨੇ 5 ਦਿਨਾਂ ਦੀ ਛੁੱਟੀ ਕਰ ਲਈ ਤਾਂ ਫਿਰ ਮੈਂ ਉਹ ਤੋਂ 5000 ਨਹੀਂ ਲੈਂਦਾ, ਉਦੋਂ ਘੱਟ ਹੀ ਲੈਂਦਾ ਹੁੰਦਾ ਸੀਗਾ। ਗ੍ਰਾਮਰ ਦੀਆਂ ਕਲਾਸਿਸ ਵੀ ਨਾਰਮਲੀ ਇੱਥੇ ਜੋ ਸਾਡੇ, ਮੈਨੂੰ ਇੱਥੋਂ ਲੁਧਿਆਣੇ ਦਾ ਨਹੀਂ ਪਤਾ, ਲੁਧਿਆਣਾ ਤਾਂ ਸਾਡੇ ਤੋਂ ਵੀ ਜ਼ਿਆਦਾ ਮਹਿੰਗਾ ਹੈ, 2500-3000 ਰੁਪਇਆ ਪਰ ਮੰਥ ਲਿਆ ਜਾਂਦਾ ਹੁੰਦਾ ਸੀਗਾ। 30 ਘੰਟੇ ਦੀਆਂ ਕਲਾਸਾਂ ਦਾ 3000 ਰੁਪਇਆ ਲਿਆ ਜਾਂਦਾ ਹੁੰਦਾ ਸੀ। ਮੈਂ ਅਰਾਊਂਡ 4500 ਲੈਂਦਾ ਹੁੰਦਾ ਸੀ, ਬਟ ਕਲਾਸਿਸ ਮੇਰੀਆਂ 60-70 ਘੰਟਿਆਂ ਦੀਆਂ ਇਦਾਂ ਹੁੰਦੀਆਂ ਸੀਗੀਆਂ। ਤੇ ਉਹ ਚੀਜ਼ਾਂ ਹੁਣ ਵੀ ਮੇਰਾ ਮਨ ਨਹੀਂ ਸੀਗਾ, ਬਟ ਇਦਾਂ ਸੀਗਾ ਕਿ ਕਿਉਂਕਿ ਮੈਂ ਕਮਾਈ ਨਹੀਂ ਰਿਹਾ ਹੋਰ ਕਿਸੇ ਪਾਸੋਂ, ਤੋਂ ਮੈਂ ਸੋਚਿਆ ਮੈਂ ਆਨਲਾਈਨ ਕਲਾਸਿਸ ਦੇ ਦਿਆ ਕਰਾਂ। ਬਾਕੀ ਹੋਰ ਵੀ ਜਿਹੜੇ ਬੱਚੇ ਹੈਗੇ ਆ, ਕਾਫੀ ਮੈਨੂੰ ਪਹਿਲਾਂ ਵੀ ਮੈਸੇजेस ਆਉਂਦੇ ਹੁੰਦੇ ਸੀਗੇ, ਬਾਹਰੋਂ ਵੀ ਆਉਂਦੇ ਆ, ਮਲੇਸ਼ੀਆ ਤੋਂ, ਕਈ ਪਾਕਿਸਤਾਨ ਤੋਂ ਵੀ ਮੈਨੂੰ ਮੈਸੇਜ ਆਇਆ, ਜਿੱਥੋਂ ਮੈਨੂੰ ਬੜੀ ਖੁਸ਼ੀ ਹੋਈ ਸੀਗੀ ਵੀ ਤੁਸੀਂ ਆਨਲਾਈਨ ਕਲਾਸਿਸ ਲਿਆ ਕਰੋ। ਪਰ ਮੈਂ ਉਹਨਾਂ ਨੂੰ ਹਾਲੇ ਦੱਸਿਆ ਨਹੀਂ ਹੈਗਾ ਕਿ ਮੈਂ ਆਨਲਾਈਨ ਕਲਾਸਿਸ ਲੈ ਰਿਹਾ। ਤੇ ਮੈਨੂੰ ਸੀਗਾ ਕਿ ਹੋਰ ਜਿਹੜੇ ਸਟੂਡੈਂਟਸ ਹੈਗੇ ਆ ਜਿਹੜੇ ਮੇਰੇ ਏਰੀਆ ਦੇ ਨਹੀਂ ਹੈਗੇ, ਮੇਰੇ ਪਿੰਡ ਦੇ ਨਹੀਂ ਹੈਗੇ, ਜਾਂ ਮੇਰੇ ਇੱਥੇ ਨੇੜੇ ਤੇੜੇ ਦੇ ਨਹੀਂ ਹੈਗੇ, ਉਹ ਵੀ ਪੜ੍ਹ ਸਕਣ, ਤਾਂ ਮੈਂ ਉਹ ਸੋਚ ਕੇ ਆਨਲਾਈਨ ਕਲਾਸਿਸ ਸ਼ੁਰੂ ਕੀਤੀਆਂ ਨੇ। ਬਾਕੀ ਮੇਰਾ ਥੋੜਾ ਬਹੁਤ ਖਰਚਾ ਨਿਕਲਦਾ ਜਾਵੇ, ਮੈਂ ਤਾਂ ਕੋਈ ਬਹੁਤੀ ਕਮਾਈ ਨਹੀਂ ਕਰਨਾ ਚਾਹੁੰਦਾ ਕਿ ਮੇਰਾ 1 ਲੱਖ 2 ਲੱਖ 3 ਲੱਖ ਰੁਪਇਆ ਮੈਂ ਇੰਨਾ ਕਮਾਵਾਂ। ਤਾਂ ਉਹ ਇੱਥੋਂ ਮੈਨੂੰ ਇੰਨਾ ਹੀ ਆ ਕਿ ਮੇਰਾ ਆਪਦਾ ਖਰਚਾ ਚੱਲੀ ਜਾਵੇ, ਬਸ ਬਹੁਤ ਹੈ। ਹਾਂਜੀ ਸਰ, ਮੈਂ ਆਪਦੀ YouTube ਤੇ ਵੀ ਸਾਰੀ ਵੀਡੀਓ ਦੇਖੀ ਸੀ ਤੇ ਚੈਨਲ ਵੀ ਸਬਸਕ੍ਰਾਈਬ। ਥੈਂਕ ਯੂ ਹਰਪ੍ਰੀਤ, ਬਹੁਤ ਬਹੁਤ ਧੰਨਵਾਦ ਤੁਹਾਡਾ। ਉਹ YouTube ਉਤੇ ਹੁਣ ਤਾਂ ਫਿਰ ਵੀ ਮੇਰੇ ਕੋਲ ਲੈਪਟਾਪ ਸਹੀ ਹੈਗਾ ਕਿ ਮੇਰਾ ਕੰਮ ਜਿਹੜਾ ਹੈਗਾ ਆਸਾਨੀ ਨਾਲ ਹੋ ਜਾਂਦਾ। ਪਹਿਲਾਂ ਮੇਰੇ ਕੋਲ ਲੈਪਟਾਪ ਅਜਿਹਾ ਸੀਗਾ ਕਿ
ਮੈਨੂੰ 5-6 ਮਿੰਟ ਦੀ ਵੀਡੀਓ ਬਣਾਉਣ ਵਿੱਚ ਮੈਨੂੰ 10-10 12-12 ਘੰਟੇ ਲੱਗ ਜਾਂਦੇ ਹੁੰਦੇ ਸੀ। ਤੋਂ ਸਟਾਰਟਿੰਗ ਵਿੱਚ ਕਾਫੀ ਟਰਬਲ ਆਈ, ਬਟ ਹੁਣ ਹਾਂ ਠੀਕ ਆ, ਮਜ਼ਾ ਆ ਰਿਹਾ ਜੋ ਕਰ ਰਿਹਾ ਹੈਗਾ ਉਹਦੇ ਵਿੱਚ। ਮੇਰਾ ਖਿਆਲ ਹੋਰ ਕਿਸੇ ਦਾ। ਹਾਂਜੀ ਰਵੀਨਾ। Thank you, sir. ਯੂ ਵੈਲਕਮ।